ਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਅੱਜ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਦੁਨਿਆਵੀ ਮਨੁੱਖੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਲਾ ਤੀਜਾ। ਮਨ ਮੁਖ ਉਬੇ ਸੁਖ ਗਏ, ਨਾ ਫਲ ਤਿਨਾ ਚਾਓ। ਤਿਨਾ ਪਾਸ ਨਾ ਬੈਸੀਐ, ਉਹਨਾਂ ਘਰ ਨਾ ਗਿਰਾਓ। ਕਟਿਐ ਹੈ ਤੈ ਨਿਤ ਜਾਲੀਐ, ਉਹਨਾਂ ਸ਼ਬਦ ਨਾ ਨਾਓ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਸਤਿਗੁਰੂ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸ਼੍ਰੀ ਰਾਗ ਦੇ ਵਿੱਚ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 66 ਦੇ ਉੱਪਰ ਸੁਭਾਈਮਾਨ ਹੈ। ਇਸ ਪਾਵਨ ਸ਼ਬਦ ਦੇ ਪਹਿਲੇ 3 ਪਦਿਆਂ ਦੀ ਵਿਚਾਰ ਆਪ ਜੀ ਨੇ ਕੱਲ ਸਰਵਣ ਕੀਤੀ। ਅਗਲੇਰੇ ਪਾਵਨ ਬਚਨਾਂ ਦੀ ਵਿਚਾਰ ਦੇ ਨਾਲ ਮਨ ਬਿਰਤੀਆਂ ਨੂੰ ਜੋੜੀਏ। ਚੌਥੇ ਪਦੇ ਦੀ ਵਿਚਾਰ ਨੂੰ ਸਮਝਣ ਤੋਂ ਪਹਿਲਾਂ ਜੋ ਸ਼ਬਦ ਦਾ ਕੇਂਦਰੀ ਭਾਵ ਰਹਾਉ ਵਿਸ਼ਰਾਮ ਵਾਲੀ ਪੰਕਤੀ ਹੈ, ਇੱਕ ਵਾਰ ਉਹਨੂੰ ਸਮਝ ਕੇ ਚਲੀਏ। ਗੁਰੂ ਅਮਰਦਾਸ ਮਹਾਰਾਜ ਜੀ ਨੇ ਮਨ ਨੂੰ ਸੰਬੋਧਨ ਕੀਤਾ ਕਿ ਮਨ, ਤੂੰ ਗੁਰੂ ਸਾਹਿਬ ਜੀ ਦੇ ਹੁਕਮ ਦੇ ਅਨੁਸਾਰ ਚੱਲ। ਜੋ ਗੁਰੂ ਸਾਹਿਬ ਜੀ ਤੈਨੂੰ ਕਹਿੰਦੇ ਆ ਤੂੰ ਉਹ ਕਮਾਈ ਕਰ। ਸਤਿਗੁਰੂ ਦੇ ਭਾਣੇ ਦੇ ਵਿੱਚ ਚੱਲ। ਇਹਦੇ ਨਾਲ ਫਿਰ ਤੂੰ ਦਿਨ ਰਾਤ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗਿਆ ਰਵੇਂਗਾ। ਮਨ ਰੇ ਗੁਰ ਕੀ ਕਾਰ ਕਮਾਏ, ਗੁਰ ਕੈ ਭਾਣੈ ਜੇ ਚੱਲਹਿ ਤਾਂ ਅਨ ਦਿਨ ਰਾਚੈ ਹਰ ਨਾਏ। ਜੇ ਗੁਰੂ ਸਾਹਿਬ ਦੇ ਭਾਣੇ ਵਿੱਚ ਚੱਲਾਂਗੇ, ਚੱਲਣਾ ਕਿਨੇ ਹੈ? ਮਨ ਨੇ। ਤੋ ਜਿਨ੍ਹਾਂ ਨੇ ਫਿਰ ਗੁਰੂ ਦੇ ਸਤਿਗੁਰੂ ਜੀ ਦੇ ਭਾਣੇ ਵਿੱਚ ਚੱਲ ਕੇ ਨਾਮ ਨੂੰ ਕਮਾਇਆ ਔਰ ਅਨ ਦਿਨ ਰਾਤ ਦਿਨ ਦਿਨ ਰਾਤ ਨਾਮ ਦੇ ਵਿੱਚ ਲੀਨ ਹੋ ਗਏ, ਉਹ ਫਿਰ ਗੁਰਮੁਖ ਇੱਕ ਹਰੇ ਭਰੇ ਰੁੱਖ ਦੀ ਤਰ੍ਹਾਂ ਹੋ ਗਏ। ਉਹਨਾਂ ਦਾ ਜੀਵਨ ਹਰਿਆ ਭਰਿਆ ਹੋ ਗਿਆ। ਗੁਰਮੁਖ ਬ੍ਰਹਮ ਹਰਿਆਵਲਾ, ਉਹ ਮਨ ਕਰਕੇ ਵੀ ਔਰ ਤਨ ਕਰਕੇ ਵੀ ਹਰਿਆ ਭਰਿਆ ਹੋ ਗਿਆ। ਸੁਖ ਫਲ ਦੀ ਪ੍ਰਾਪਤੀ ਹੋ ਗਈ।
ਪਰ ਦੂਸਰੇ ਪਾਸੇ ਜਿਨੇ ਗੁਰੂ ਸਾਹਿਬ ਜੀ ਦੇ ਭਾਣੇ ਨੂੰ ਨਹੀਂ ਮੰਨਿਆ ਜਾਂ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਨਹੀਂ ਚੱਲਿਆ, ਜਿਨੇ ਮਨ ਹੱਠ ਕੀਤਾ, ਮਨ ਦੀ ਜਿੱਦ ਕਰਕੇ ਉਹ ਕਰਮ ਕੀਤਾ ਜੋ ਉਹਨੂੰ ਭਾਉਂਦਾ ਸੀ, ਚੰਗਾ ਲੱਗਦਾ ਸੀ, ਗੁਰੂ ਸਾਹਿਬ ਜੀ ਤੋਂ ਉਲਟ ਹੋ ਕੇ, ਗੁਰਮਤ ਤੋਂ ਉਲਟ ਹੋ ਕੇ ਜੋ ਕਰਮ ਕੀਤਾ, ਉਹਦਾ ਜੀਵਨ ਫਿਰ ਹਰਿਆ ਭਰਿਆ ਨਹੀਂ ਹੋਇਆ। ਉਹ ਫਿਰ ਇੱਕ ਸੁੱਕੇ ਰੁੱਖ ਦੀ ਤਰ੍ਹਾਂ ਹੋ ਜਾਂਦਾ ਹੈ। ਜਿਹੜਾ ਦਰਖਤ ਸੁੱਕ ਜਾਏ ਉਹਨੂੰ ਨਾ ਫਲ ਲੱਗਦਾ ਹੈ ਤੇ ਨਾ ਉਹ ਕਿਸੇ ਦੇ ਕੰਮ ਆਉਂਦਾ ਹੈ। ਜਿਹੜਾ ਹਰਿਆ ਭਰਿਆ ਹੈ, ਜਿਹਦੇ ਜੀਵਨ ਵਿੱਚ ਖੁਸ਼ੀਆਂ ਨੇ, ਉਹ ਦੂਸਰਿਆਂ ਨੂੰ ਖੁਸ਼ੀਆਂ ਵੰਡਦਾ ਹੈ। ਜਿਹਦੇ ਜੀਵਨ ਵਿੱਚ ਦੁੱਖ ਹੈ, ਗਮ ਹੈ, ਚਿੰਤਾਵਾਂ ਨੇ, ਉਹ ਦੂਸਰਿਆਂ ਨੂੰ ਖੁਸ਼ੀਆਂ ਕਿਵੇਂ ਵੰਡੇਗਾ? ਉਹ ਆਖੇਗਾ ਵੀ ਮੈਂ ਦੂਜਿਆਂ ਨੂੰ ਖੁਸ਼ੀਆਂ ਕਿਵੇਂ ਵੰਡਾਂ, ਕਿਉਂਕਿ ਮੇਰੇ ਤੇ ਹਜੇ ਆਪਣੀ ਝੋਲੀ 'ਚ ਖੁਸ਼ੀਆਂ ਨਹੀਂ ਪਈਆਂ। ਦੂਸਰਿਆਂ ਨੂੰ ਫਲ ਕਿਵੇਂ ਦੇਵੇਗਾ? ਉਹਦੀ ਆਪਣੀ ਝੋਲੀ ਵਿੱਚ ਹਜੇ ਫਲ ਨਹੀਂ ਪਿਆ। ਜਿਹੜਾ ਦਰਖਤ ਹਜੇ ਆਪ ਫਲ ਵਾਲਾ ਨਹੀਂ ਬਣਿਆ, ਉਹ ਦੂਸਰਿਆਂ ਨੂੰ ਫਲ ਕਿਵੇਂ ਦੇਵੇਗਾ? ਜਿਸ ਦਰਖਤ ਨੂੰ ਫਲ ਲੱਗੇ ਨੇ ਉਹ ਦੂਸਰਿਆਂ ਨੂੰ ਫਲ ਦੇ ਸਕਦਾ ਹੈ। ਦੋ ਅਵਸਥਾਵਾਂ ਮਹਾਰਾਜ ਨੇ ਬਿਆਨ ਕੀਤੀਆਂ ਨੇ, ਇੱਕ ਗੁਰਮੁਖ ਦੀ ਔਰ ਇੱਕ ਮਨਮੁਖ ਦੀ। ਗੁਰਮੁਖ ਗੁਰੂ ਸਾਹਿਬ ਜੀ ਦੇ ਮੁਤਾਬਕ ਜੀਵਨ ਜਿਉਂਦਾ ਹੈ। ਗੁਰਮੁਖ ਮਨ ਗੁਰੂ ਸਾਹਿਬ ਜੀ ਨੂੰ ਸਮਰਪਣ ਕਰਕੇ ਗੁਰੂ ਸਾਹਿਬ ਜੀ ਦੇ ਭਾਣੇ ਵਿੱਚ ਚੱਲਦਾ ਹੈ। ਤੇ ਮਨਮੁਖ ਆਪਣੀ ਮਨ ਮਰਜ਼ੀ ਕਰਦਾ ਹੈ। ਇਹ ਮਨ ਦੀ ਜਿੱਦ, ਮਨ ਦਾ ਹੱਠ ਕਰਕੇ ਚੱਲਦਾ ਹੈ, ਔਰ ਜਿਹਦੇ ਨਾਲ ਇਹਨੂੰ ਲਾਭ ਨਹੀਂ, ਨੁਕਸਾਨ ਹੁੰਦਾ ਹੈ। ਸਾਡੇ ਜੀਵਨ ਦੇ ਅੰਦਰ ਸੋਕਾ ਪੈ ਗਿਆ, ਜੇ ਅੰਦਰੋਂ ਪਰਮੇਸ਼ਵਰ ਦਾ ਨਾਮ ਵਿਸਰ ਗਿਆ ਤੇ ਸਾਹਿਬ ਕਹਿੰਦੇ ਚਿੰਤਾ ਨਾ ਕਰ, ਫਿਰ ਤੂੰ ਹਰਿਆ ਭਰਿਆ ਹੋ ਸਕਦਾ ਹੈ। ਪਰ ਗੱਲ ਫਿਰ ਉੱਥੇ ਹੀ ਆਉਣੀ ਹੈ ਕਿ ਮਨ ਰੇ ਗੁਰ ਕੀ ਕਾਰ ਕਮਾਏ। ਗੁਰ ਕੈ ਭਾਣੇ ਜੇ ਚੱਲੇ, ਜੇ ਤੂੰ ਗੁਰੂ ਸਾਹਿਬ ਜੀ ਦੇ ਭਾਣੇ ਵਿੱਚ ਚੱਲੇ ਤਾਂ ਇਹ ਤੇਰਾ ਸੋਕਾ ਫਿਰ ਸਦਾ ਲਈ ਖਤਮ ਹੋ ਜਾਏਗਾ। ਸੂਕੇ ਹਰੇ ਕੀਏ ਖਿੰਨ ਮਾਹੇ ਖਿੰਨ, ਅੱਖ ਝਮਕਦਿਆਂ ਹੀ ਤੇਰਾ ਸੋਕਾ ਖਤਮ ਹੋ ਜਾਏਗਾ। ਤੇਰੀ ਜੀਵਨ 'ਚ ਹਰਿਆਵਲੀ ਆ ਜਾਏਗੀ, ਤੇਰੀ ਜ਼ਿੰਦਗੀ ਹਰੀ ਭਰੀ ਹੋ ਜਾਏਗੀ, ਖੁਸ਼ਹਾਲ ਹੋ ਜਾਏਗੀ। ਪਰ ਕਰਨਾ ਕੀ ਹੈ? ਜਿਸ ਗੁਰੂ ਦੀ ਮਿਹਰ ਨਾਲ ਇਹ ਜੀਵਨ ਵਿੱਚ ਸੋਕਾ ਖਤਮ ਹੋਣਾ, ਹਰਿਆਵਲੀ ਆਉਣੀ ਹੈ। ਗੁਰ ਕੈ ਭਾਣੇ ਜੇ ਚੱਲੇ, ਤੈਨੂੰ ਉਸ ਗੁਰੂ ਦੇ ਭਾਣੇ ਵਿੱਚ ਚੱਲਣਾ ਪਏਗਾ। ਜੇ ਚੱਲੇਗਾ ਤੇ ਇਹ ਜੀਵਨ ਵਿੱਚ ਤੈਨੂੰ ਬਖਸ਼ਿਸ਼ਾਂ ਮਿਲਣਗੀਆਂ। ਤੇ ਗੁਰੂ ਸਾਹਿਬ ਹੀ ਕਹਿ ਰਹੇ ਨੇ ਕਿ ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ। ਹੇ ਭਾਈ, ਜੇ ਤੂੰ ਹਰੀ ਦੇ ਨਾਮ ਨੂੰ ਧਿਆਵੇਂਗਾ ਤਾਂ ਹਰਿਆ ਭਰਿਆ ਰਵੇਂਗਾ। ਜੇ ਤੂੰ ਪਰਮੇਸ਼ਵਰ ਦੇ ਨਾਮ ਨੂੰ ਵਿਸਾਰ ਕੇ ਚੱਲੇਗਾ ਤੇ ਫਿਰ ਤੇਰੀ ਇਹ ਹਰਿਆਵਲੀ ਖਤਮ ਹੋ ਜਾਣੀ ਹੈ। ਤੇਰੇ ਅੰਦਰ ਦਾ ਰਸ ਸੁੱਕ ਜਾਏਗਾ, ਇਹ ਹਰਿਆਵਲੀ ਖਤਮ ਹੋ ਜਾਏਗੀ। ਤੇਰੇ ਜੀਵਨ ਦੀਆਂ ਖੁਸ਼ੀਆਂ, ਸੁੱਖ ਤੇਰੇ ਜੀਵਨ ਵਿੱਚੋਂ ਦੀ ਚਲਾ ਜਾਏਗਾ। ਦੋ ਗੱਲਾਂ ਗੁਰੂ ਸਾਹਿਬ ਨੇ ਦਸੀਆਂ ਨੇ ਕਿ ਗੁਰਮੁਖ ਬਣ ਕੇ ਕੀ ਮਿਲਣਾ ਹੈ ਤੇ ਮਨਮੁਖ ਬਣ ਕੇ ਕੀ ਮਿਲਣਾ ਹੈ। ਹੁਣ ਇਹ ਅਸੀਂ ਦੇਖਣਾ ਹੈ ਕਿ ਅਸੀਂ ਕਿਹੜੇ ਰਾਹ ਤੁਰਨਾ ਹੈ। ਸਾਨੂੰ ਤੇ ਦੋ ਰਾਹ ਦੱਸ ਦਿੱਤੇ, ਹੁਣ ਫੈਸਲਾ ਅਸੀਂ ਕਰਕੇ ਚੱਲਣਾ ਹੈ, ਕਿਉਂਕਿ ਸਾਡਾ ਫੈਸਲਾ ਹੀ ਸਾਡੇ ਕਰਮ ਦਾ ਫਲ ਬਣਨਾ ਹੈ। ਫਿਰ ਅੱਗੇ ਜਾ ਕੇ ਕਿਸੇ ਦੂਜੇ ਨੂੰ ਦੋਸ਼ ਨਹੀਂ ਆਪਾਂ ਦੇਣਾ ਕਿ ਤੇਰੇ ਕਰਕੇ ਮੇਰੀ ਜ਼ਿੰਦਗੀ 'ਚ ਸੋਕਾ ਪਿਆ, ਤੇਰੇ ਕਰਕੇ ਮੇਰੇ ਨਾਲ ਇਸ ਤਰ੍ਹਾਂ ਹੋਇਆ। ਨਹੀਂ, ਮਹਾਰਾਜ ਕਹਿੰਦੇ ਤੇਰੇ ਆਪਣੇ ਕਰਮ ਦਾ ਫੈਸਲਾ ਹੈ। ਤੂੰ ਆਪ ਫੈਸਲਾ ਕੀਤਾ ਵੀ ਮੈਂ ਇਸ ਰਾਹ ਜਾਣਾ ਹੈ। ਤੋ ਚੌਥੇ ਪਦੇ ਵਿੱਚ ਫਿਰ ਮਹਾਰਾਜ ਨੇ ਗੱਲ ਕੀਤੀ,
ਸਭ ਕਹਿੰਦੇ ਮਨ ਮੁਖ ਊਬੇ ਸੁੱਕ ਗਏ। ਜਿਹੜੇ ਮਨ ਮੁਖ ਸੀ ਨਾ, ਮਨ ਦੀ ਮਰਜ਼ੀ ਕਰਨ ਵਾਲੇ, ਗੁਰੂ ਸਾਹਿਬ ਜੀ ਦੇ ਅਨੁਸਾਰ ਨਾ ਚੱਲਣ ਵਾਲੇ, ਜਿਹੜੇ ਗੁਰੂ ਸਾਹਿਬ ਦੀ ਮੱਤ ਨਹੀਂ ਲੈ ਕੇ ਚੱਲੇ, ਉਹ ਫਿਰ ਕੀ ਹੋਇਆ? ਕਹਿੰਦੇ ਉਸ ਦਰਖਤ ਦੇ ਵਾਂਗ ਸੁੱਕੇ, ਭਾਵ ਖਲੋਤੇ ਹੀ ਸੁੱਕ ਗਏ। ਜਿਵੇਂ ਇੱਕ ਦਰਖਤ ਦੀਆਂ ਜੜ੍ਹਾਂ ਵਿੱਚ ਪਾਣੀ ਨਾ ਪਵੇ ਤੇ ਉਹ ਖਲੋਤਾ ਖਲੋਤਾ ਹੀ ਦਰਖਤ ਸੁੱਕ ਜਾਂਦਾ ਹੈ। ਜਿਹਦੇ ਅੰਦਰ ਪਰਮੇਸ਼ਵਰ ਦੇ ਨਾਮ ਦੀ ਬਖਸ਼ਿਸ਼ ਨਹੀਂ, ਉਹ ਮਨਮੁਖ ਵੀ ਉਸ ਦਰਖਤ ਦੀ ਵਾਂਗ ਸੁੱਕ ਜਾਂਦਾ ਹੈ। ਮਨਮੁਖ ਉਭੇ, ਉਭੇ ਦਾ ਅਰਥ ਹੁੰਦਾ ਖਲੋਤੇ। ਜਿਵੇਂ ਦਰਖਤ ਖਲੋਤਾ ਹੋਇਆ ਹੀ ਸੁੱਕ ਗਿਆ, ਇਸੇ ਤਰ੍ਹਾਂ ਮਨਮੁਖ ਵੀ ਸੁੱਕ ਗਏ। ਨਾ ਫਲ ਤਿੰਨਾ ਛਾਉ, ਤੇ ਜਿਹੜਾ ਦਰਖਤ ਸੁੱਕ ਗਿਆ, ਨਾ ਉਹਦੇ ਕੋਲ ਕਿਸੇ ਨੂੰ ਦੇਣ ਲਈ ਛਾਂ ਹੈ, ਤੇ ਨਾ ਹੀ ਉਹਨੂੰ ਕਿਸੇ ਨੂੰ ਦੇਣ ਵਾਸਤੇ ਉਹਦੇ ਕੋਲ ਫਲ ਹੈ, ਕਿਉਂਕਿ ਉਹ ਸੁੱਕ ਹੀ ਗਿਆ। ਪੱਤੇ ਉਹਦੇ ਜਿਹੜੇ ਜਿਨ੍ਹਾਂ ਨੇ ਛਾਂ ਦੇਣੀ ਸੀ ਉਹ ਝੜ ਹੀ ਗਏ, ਤੇ ਫਲ ਉਹਨੂੰ ਲੱਗਾ ਕੋਈ ਨਹੀਂ, ਕਿਉਂਕਿ ਫਲ ਲੱਗਣਾ ਸੀ ਰਸ ਨਾਲ, ਤੇ ਰਸ ਹੈ ਹੀ ਨਹੀਂ, ਜੜ੍ਹਾਂ ਹੀ ਸੁੱਕ ਗਈਆਂ। ਇਸ ਲਈ ਸਾਹਿਬ ਜੀ ਕਹਿੰਦੇ ਨੇ ਇਹ ਮਨਮੁਖ ਦੀ ਹਾਲਤ ਹੈ। ਜਿਹੜਾ ਅੰਦਰੋਂ ਆਪ ਸੁੱਕਾ ਪਿਆ ਉਹ ਕਿਸੇ ਦੂਜੇ ਨੂੰ ਕੀ ਸੁੱਖ ਦਾ ਫਲ ਦੇਗਾ? ਉਹ ਕਿਸੇ ਦੂਸਰੇ ਦੀ ਸਹਾਇਤਾ ਕਿਵੇਂ ਕਰੇਗਾ? ਉਹ ਤੇ ਆਪ ਅੰਦਰੋਂ ਸੁੱਕਾ ਪਿਆ ਹੈ। ਉਹ ਕਿਸੇ ਦੂਸਰੇ ਦੀ ਮਦਦ ਕੀ ਕਰੇਗਾ? ਭਾਵ ਦੂਸਰੇ ਨੂੰ ਛਾਂ ਕਿਵੇਂ ਦੇਵੇਗਾ? ਉਹ ਤੇ ਆਪ ਅੰਦਰੋਂ ਸੁੱਕਾ ਪਿਆ ਹੈ। ਮਨਮੁਖ ਊਬੇ ਸੁੱਕ ਗਏ, ਨਾ ਫਲ ਤਿੰਨਾ ਛਾਉ। ਨਾ ਉਹਨਾਂ ਕੋਲ ਛਾਂ ਹੁੰਦੀ ਹੈ, ਨਾ ਉਹਨਾਂ ਕੋਲ ਫਲ ਹੁੰਦਾ ਹੈ। ਤੇ ਜਿਹੜੇ ਐਸੇ ਮਨਮੁਖ ਹੁੰਦੇ ਨੇ, ਨਾਮ ਨੂੰ ਵਿਸਾਰ ਕੇ, ਜਿਹੜੇ ਅੰਦਰੋਂ ਸੁੱਕੇ ਹੁੰਦੇ ਨੇ, ਜਿਨ੍ਹਾਂ ਦੇ ਕੋਲ ਫਲ ਵੀ ਨਹੀਂ ਤੇ ਕਿਸੇ ਨੂੰ ਦੇਣ ਲਈ ਛਾਂ ਵੀ ਨਹੀਂ ਹੈ, ਮਹਾਰਾਜ ਕਹਿੰਦੇ ਤਿੰਨਾ ਪਾਸ ਨਾ ਬੈਸੀਐ। ਉਹਨਾਂ ਦੇ ਕੋਲ ਨਾ ਬੈਠੋ, ਮਨਮੁਖ ਦੇ ਕੋਲ ਨਾ ਬੈਠੋ। ਉਹ ਤੁਹਾਨੂੰ ਕੁਛ ਨਹੀਂ ਦੇ ਸਕੇਗਾ, ਉਹ ਆਪ ਵੀ ਦੁਖੀ ਹੋਏਗਾ ਤੇ ਤੁਹਾਨੂੰ ਵੀ ਦੁਖੀ ਕਰੇਗਾ। ਉਹ ਆਪ ਵੀ ਪਰਮੇਸ਼ਵਰ ਦੇ ਨਾਲੋਂ ਸਾਂਝ ਤੋੜ ਕੇ ਬੈਠਾ ਹੈ ਤੇ ਤੁਹਾਨੂੰ ਵੀ ਪਰਮੇਸ਼ਵਰ ਨਾਲੋਂ ਅਲੱਗ ਕਰ ਦੇਗਾ। ਇਸ ਲਈ ਉਹਨਾਂ ਦੇ ਕੋਲ ਨਹੀਂ ਬੈਠਣਾ, ਕਿਉਂਕਿ ਉਹਨਾਂ ਘਰ ਨਾ ਗਿਰਾਓ। ਨਾ ਉਹਨਾਂ ਦੇ ਕੋਲ ਘਰ ਹੈ ਤੇ ਨਾ ਉਹਨਾਂ ਕੋਲ ਗਿਰਾਉਂ ਦਾ ਅਰਥ ਹੈ ਉਹਨਾਂ ਕੋਲ ਪਿੰਡ ਹੈ। ਭਾਵ ਕਿ ਨਾ ਉਹਨਾਂ ਕੋਲ ਪਰਮੇਸ਼ਵਰ ਦਾ ਨਾਮ ਤੇ ਨਾ ਹੀ ਉਹਨਾਂ ਦੇ ਕੋਲ ਗਿਰਾਉਂ ਦਾ ਅਰਥ ਹੈ ਪਿੰਡ। ਪਿੰਡ ਵਿੱਚ ਬਹੁਤ ਸਾਰੇ ਘਰ ਹੁੰਦੇ ਨੇ ਲੋਕ। ਸਭ ਕਹਿੰਦੇ ਆ ਨਾ ਉਹਨਾਂ ਕੋਲ ਗੁਰਮੁਖਾਂ ਦੀ ਸੰਗਤ ਹੁੰਦੀ ਹੈ ਤੇ ਨਾ ਹੀ ਉਹਨਾਂ ਕੋਲ ਆਪਣਾ ਕੋਈ ਟਿਕਾਣਾ ਹੁੰਦਾ ਹੈ। ਤੇ ਜਿਹਦੇ ਕੋਲ ਨਾ ਆਪਣਾ ਕੋਈ ਟਿਕਾਣਾ ਤੇ ਨਾ ਹੀ ਉਹਦੇ ਕੋਲ ਕੋਈ ਰੱਬ ਦੇ ਪਿਆਰਿਆਂ ਦੀ ਸੰਗਤ, ਉਹਨਾਂ ਦੇ ਕੋਲ ਨਹੀਂ ਬੈਠਣਾ ਚਾਹੀਦਾ। ਜਿਵੇਂ ਅੰਮ੍ਰਿਤ ਬਾਣੀ ਵਿੱਚ ਮਹਾਰਾਜ ਨੇ ਸਮਝਾਇਆ ਕਿ ਸਾਕਤ ਸੰਗ ਨਾ ਕੀਜੀਐ ਦੂਰੈ ਜਾਈਐ ਭਾਗ। ਦੂਰ ਹੈ ਜਾਈਏ ਭਾਗ, ਦੂਰੋਂ ਹੀ ਤੁਸੀਂ ਪਿੱਛੇ ਹੋ ਜਾਓ, ਆਪਣੇ ਕਦਮ ਜਿਹੜੇ ਨੇ ਪਿੱਛੇ ਕਰ ਲਓ ਜਾਂ ਉਹਦਾ ਰਸਤਾ ਛੱਡ ਦਿਓ। ਸਾਕਤ ਦਾ ਸੰਗ ਨਾ ਕਰਿਓ। ਜੇ ਉਹਦੀ ਸੰਗਤ ਕਰੋਗੇ ਤੇ ਥੋੜੇ ਸਮੇਂ ਬਾਅਦ ਤੁਸੀਂ ਵੀ ਸਾਕਤ ਹੋ ਜਾਓਗੇ। ਇਹ ਤੇ ਸੁਭਾਵਕ ਹੈ, ਜੈਸੀ ਸੰਗਤ ਕਰਾਂਗੇ ਰੰਗਤ ਵੈਸੀ ਆਉਣੀ ਹੈ। ਗੁਰਮੁਖਾਂ ਦੀ ਸੰਗਤ ਕਰੋ, ਗੁਰਮੁਖਾਂ ਵਾਲਾ ਰੰਗ ਚੜ੍ਹੇਗਾ। ਮਨਮੁਖਾਂ ਦੀ ਸੰਗਤ ਕਰੋ ਤੇ ਮਨਮੁਖ ਵਾਲਾ ਰੰਗ ਚੜ੍ਹੇਗਾ। ਘਰ ਦੇ ਵਿੱਚ ਮਾਂ-ਬਾਪ ਨੇ ਬੱਚਿਆਂ ਨੂੰ ਸਿੱਖਿਆ, ਬਹੁਤ ਚੰਗੀ ਸਿੱਖਿਆ ਦਿੱਤੀ, ਪਰ ਜਦੋਂ ਹੀ ਬਾਹਰ ਦੇ ਮਿੱਤਰ ਦੋਸਤ ਇਹਦੇ ਬਣਦੇ ਗਏ, ਐਸੇ ਮਿੱਤਰ ਦੋਸਤ ਬਣ ਗਏ ਜਿਹੜੇ ਇਹਨੂੰ ਮਾੜੇ ਰਸਤੇ ਲੈ ਗਏ, ਨਸ਼ਿਆਂ ਦਾ ਆਦੀ ਬਣਾ ਦਿੱਤਾ।
ਹੁਣ ਮਾਂ-ਬਾਪ ਸੋਚਦੇ ਆ ਵੀ ਅਸੀਂ ਤੇ ਘਰੋਂ ਬੜੀ ਚੰਗੀ ਸਿੱਖਿਆ ਦਿੱਤੀ ਹੈ, ਅਸੀਂ ਤੇ ਕਦੀ ਵੀ ਇਹਨਾਂ ਨੂੰ ਮਾੜੀ ਸਿੱਖਿਆ ਨਹੀਂ ਦਿੱਤੀ, ਫਿਰ ਇਹ ਇਸ ਤਰ੍ਹਾਂ ਕਿਉਂ ਹੋ ਗਏ? ਕਿਉਂਕਿ ਉਹਨਾਂ ਦੀ ਸੰਗਤ ਮਾੜੀ ਹੋ ਗਈ, ਉਹ ਸੰਗਤ ਦੀ ਰੰਗਤ ਵਿੱਚ ਵਿਗੜ ਗਏ। ਸਭ ਕਹਿੰਦੇ ਜੈਸੀ ਸੰਗਤ ਹੈ ਰੰਗਤ ਵੈਸੀ ਆਏਗੀ। ਗੁਰਮੁਖ ਦੀ ਸੰਗਤ ਕਰੋ, ਗੁਰਮੁਖਾਂ ਵਾਲੀ ਰੰਗਤ ਆਏਗੀ। ਮਨਮੁਖ ਦੀ ਸੰਗਤ ਕਰੋਗੇ, ਮਨਮੁਖਾਂ ਵਾਲੀ ਰੰਗਤ ਆਏਗੀ। ਜਿਸ ਤਰ੍ਹਾਂ ਦੇ ਤੁਸੀਂ ਸੰਗਤ ਵਿੱਚ ਬੈਠੋਗੇ, ਬੋਲੀ ਵੀ ਉੱਦਾਂ ਦੀ ਬੋਲੋਗੇ, ਤੁਹਾਡੀ ਉਸ ਤਰ੍ਹਾਂ ਦੀ ਬੋਲੀ ਹੋ ਜਾਏਗੀ, ਉਸੇ ਤਰ੍ਹਾਂ ਦੀ ਤੁਹਾਡੀ ਭਾਸ਼ਾ ਹੋ ਜਾਏਗੀ। ਇਸ ਲਈ ਸਭ ਕਹਿੰਦੇ ਆ ਵੀ ਜੇ ਤੁਸੀਂ ਹਰੇ ਭਰੇ ਰਹਿਣਾ ਚਾਹੁੰਦੇ ਹੋ, ਜੇ ਖੁਸ਼ਹਾਲ ਜੀਵਨ ਜਿਉਣਾ ਚਾਹੁੰਦੇ ਹੋ, ਜੇ ਘਰ ਦੇ ਵਿੱਚ ਸੁੱਖ ਸ਼ਾਂਤੀ ਚਾਹੁੰਦੇ ਹੋ, ਤਾਂ ਫਿਰ ਧਿਆਨ ਰੱਖਿਓ ਤਿੰਨਾਂ ਪਾਸ ਨਾ ਬੈਸੀ ਹੈ, ਉਹਨਾਂ ਕੋਲ ਕਦੇ ਨਾ ਬੈਠੋ। ਕਿਹਨਾਂ ਦੇ ਕੋਲ? ਮਨਮੁਖ ਊਬੇ ਸੁੱਕ ਗਏ, ਨਾ ਫਲ ਤਿੰਨਾ ਛਾਉ, ਜਿਹੜੇ ਅੰਦਰੋਂ ਸੁੱਕ ਚੁੱਕੇ ਨੇ, ਜਿਨ੍ਹਾਂ ਕੋਲ ਫਲ ਵੀ ਨਹੀਂ ਹੈ ਤੇ ਛਾਂ ਵੀ ਨਹੀਂ ਹੈ, ਜਿਨ੍ਹਾਂ ਕੋਲ ਕੋਈ ਘਰ ਟਿਕਾਣਾ ਵੀ ਨਹੀਂ ਹੈ ਤੇ ਕੋਈ ਚੰਗੀ ਸੰਗਤ ਵੀ ਨਹੀਂ ਹੈ। ਕਹਿੰਦੇ ਤਿੰਨਾਂ ਪਾਸ ਨਾ ਬੈਸੀ ਹੈ, ਉਹਨਾਂ ਕੋਲ ਕਦੇ ਵੀ ਨਾ ਬੈਠੋ। ਕੱਟੀ ਹੈ ਤੈ ਨਿਤ ਜਾਲੀਐ, ਉਹਨਾਂ ਸ਼ਬਦ ਨ ਨਾਉ। ਜਿਹੜੇ ਦਰਖਤ ਸੁੱਕ ਜਾਂਦੇ ਆ ਨਾ, ਉਹ ਕਿਸੇ ਕੰਮ ਨਹੀਂ ਆਉਂਦੇ। ਉਹ ਫਿਰ ਕੀ ਹੁੰਦਾ? ਉਹ ਕੱਟ ਕੇ ਸਿਰਫ ਬਾਲਣ ਵਿੱਚ ਜਾਲਣ ਦੇ ਕੰਮ ਆਉਂਦੇ ਨੇ, ਉਹ ਕਦੇ ਘਰ ਦਾ ਸ਼ਿੰਗਾਰ ਨਹੀਂ ਬਣਦੇ। ਜਿਹੜੀ ਲੱਕੜ ਸੁੱਕ ਚੁੱਕੀ ਹੈ, ਜਿਹਦੇ ਅੰਦਰੋਂ ਰਸ ਖਤਮ ਹੋ ਚੁੱਕਾ ਹੈ, ਕਹਿੰਦੇ ਉਹ ਕਿਸੇ ਕੰਮ ਨਹੀਂ ਆਉਂਦਾ, ਸਿਰਫ ਉਹ ਬਾਲਣ ਬਣ ਜਾਂਦਾ ਹੈ ਤੇ ਉਹ ਸੜਨ ਦੇ ਕੰਮ ਆਉਂਦਾ ਹੈ, ਹੋਰ ਕੁਝ ਵੀ ਨਹੀਂ। ਇਸੇ ਤਰ੍ਹਾਂ ਮਨਮੁਖ ਉਹ ਹੈ ਜਿਹਦੇ ਕੋਲ ਨਾ ਗੁਰੂ ਦਾ ਸ਼ਬਦ ਹੈ ਤੇ ਨਾ ਪਰਮਾਤਮਾ ਦਾ ਨਾਮ ਹੈ। ਜਦੋਂ ਐਸੇ ਕੋਲ ਬੈਠੋਗੇ, ਤੁਸੀਂ ਵੀ ਅੰਦਰੋਂ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਜਾਓਗੇ, ਈਰਖਾ ਦੀ ਅੱਗ ਵਿੱਚ। ਕਿਉਂਕਿ ਮਨਮੁਖ ਦੇ ਕੋਲ ਕੀ ਹੈ? ਈਰਖਾ ਹੈ, ਤ੍ਰਿਸ਼ਨਾ ਹੈ। ਇਹ ਬੜੀਆਂ ਭਿਆਨਕ ਅਗਨੀਆਂ ਨੇ। ਤ੍ਰਿਸ਼ਨਾ ਵੀ ਬੰਦੇ ਨੂੰ ਸਾੜ ਦਿੰਦੀ ਹੈ ਤੇ ਈਰਖਾ ਵੀ ਬੰਦੇ ਨੂੰ ਸਾੜ ਦਿੰਦੀ ਹੈ। ਇਹਦੀ ਅਗਨੀ ਵਿੱਚ ਸੜ ਰਹੇ ਨੇ ਲੋਕ, ਈਰਖਾ ਵਿੱਚ ਵੀ ਸੜ ਰਹੇ ਨੇ, ਨਫ਼ਰਤ ਦੀ ਅੱਗ ਵਿੱਚ ਵੀ ਸੜ ਰਹੇ ਨੇ, ਤ੍ਰਿਸ਼ਨਾ ਦੀ ਅਗਨੀ ਵਿੱਚ ਵੀ ਸੜ ਰਹੇ ਨੇ। ਸਭ ਕਹਿੰਦੇ ਜੇ ਇਹਨਾਂ ਦੀ ਸੰਗਤ ਕਰੋਗੇ, ਇਹ ਤਾਂ ਸੜ ਰਹੇ ਨੇ, ਨਾਲ ਤੁਹਾਨੂੰ ਵੀ ਸਾੜ ਦੇਣਗੇ। ਇਸ ਲਈ ਤੁਸੀਂ ਹੁਣ ਉਹ ਲੱਕੜ ਬਣਨਾ ਹੈ ਜਿਹੜਾ ਸ਼ਿੰਗਾਰ ਬਣਦੀ ਹੈ, ਜਾਂ ਉਹ ਲੱਕੜ ਬਣਨਾ ਜਿਹੜਾ ਬਾਲਣ ਬਣ ਕੇ ਅੱਗ ਵਿੱਚ ਸੜਦੀ ਹੈ। ਇਹ ਅਸੀਂ ਫੈਸਲਾ ਕਰਨਾ ਵੀ ਅਸੀਂ ਕਿਹੜੀ ਸੰਗਤ ਕਰਨੀ ਹੈ। ਅਸੀਂ ਚੰਦਨ ਦਾ ਸੰਗ ਕਰਨਾ ਕਿ ਅਸੀਂ ਬਾਂਸ ਦਾ ਸੰਗ ਕਰਨਾ। ਚੰਦਨ ਦਾ ਸੰਗ ਕਰਾਂਗੇ ਚੰਦਨ ਵਰਗੇ ਹੋ ਜਾਾਂਗੇ, ਬਾਂਸ ਦਾ ਸੰਗ ਕਰਾਂਗੇ ਤੇ ਬਾਂਸ ਵਰਗੇ ਹੋ ਜਾਾਂਗੇ। ਇਸ ਲਈ ਸਾਹਿਬ ਜੀ ਨੇ ਆਖਿਆ ਵੀ ਉਹਨਾਂ ਕੋਲ ਕਦੇ ਵੀ ਤੁਸੀਂ ਬੈਠੋ ਨਾ, ਕਿਉਂਕਿ ਕੱਟੀਆਂ ਉਹ ਤੇ ਕੱਟਣ ਦੇ ਕੰਮ ਆਉਂਦੇ ਆ, ਤੈ ਨਿਤ ਜਾਲੀਆਂ ਹੈ। ਤੇ ਜਿਹੜੇ ਐਸੇ ਸੁੱਕੇ ਹੋਏ ਰੁੱਖ ਹੁੰਦੇ ਨੇ, ਉਹ ਕੱਟ ਕੇ ਸਿਰਫ ਜਾਲਣ ਬਾਲਣ ਦੇ ਹੀ ਕੰਮ ਆਉਂਦੇ ਨੇ। ਉਹਨਾਂ ਸ਼ਬਦ ਨਾ ਨਾਉ। ਇਸੇ ਤਰ੍ਹਾਂ ਉਹ ਮਨਮੁਖ ਜਿਨ੍ਹਾਂ ਦੀ ਸੰਗਤ ਤੋਂ ਬਚਣ ਵਾਸਤੇ ਮਹਾਰਾਜ ਜੀ ਕਹਿ ਰਹੇ ਨੇ, ਉਹਨਾਂ ਕੋਲ ਨਾ ਗੁਰੂ ਦਾ ਸ਼ਬਦ ਹੈ ਤੇ ਨਾ ਪਰਮਾਤਮਾ ਦਾ ਨਾਮ ਹੈ। ਸਾਕਤ ਸੰਗ ਨਾ ਕੀਜੀਐ, ਦੂਰੇ ਜਾਈਐ ਭਾਗ। ਬਾਸਨ ਕਾਰੋ ਪਰਸੀਐ। ਕਾਰੋ ਦਾ ਅਰਥ ਹੈ ਕਾਲਖ। ਕਾਲਖ ਨਾਲ ਭਰਿਆ ਹੋਇਆ ਬਾਸਨ ਭਾਂਡਾ, ਜੇ ਤੁਸੀਂ ਉਹਨੂੰ ਛੂਓਗੇ ਤੇ ਫਿਰ ਦਾਗ ਤਾਂ ਲੱਗੇਗਾ। ਜੇ ਉਹਨੂੰ ਤੁਸੀਂ ਸਪਰਸ਼ ਕਰੋਗੇ, ਕਾਲਖ ਤਾਂ ਫਿਰ ਲੱਗੇਗੀ। ਮਨਮੁਖ ਦੀ ਸੰਗਤ ਵਿੱਚ ਬੈਠੋਗੇ, ਮਨਮੁਖਾਂ ਵਾਲਾ ਰੰਗ ਤਾਂ ਚੜੇਗਾ ਹੀ ਚੜੇਗਾ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਇਸ ਚੌਥੇ ਪਦੇ ਵਿੱਚ ਮਨਮੁਖ ਦੀ ਅਵਸਥਾ ਨੂੰ ਸੁੱਕੇ ਹੋਏ ਦਰਖਤ ਦੇ ਨਾਲ ਸੁਮੇਲ ਕਰਕੇ ਸਮਝਾਉਣ ਦਾ ਯਤਨ ਕੀਤਾ ਕਿ ਗੁਰਮੁਖੋ, ਗੁਰੂ ਕੇ ਸਿੱਖੋ,
ਤੁਸੀਂ ਗੁਰਮੁਖਾਂ ਦੀ ਸੰਗਤ ਕਰਨੀ ਹੈ, ਕਿਉਂਕਿ ਗੁਰਮੁਖ ਬ੍ਰਹਮ ਹਰਿਆਵਲਾ, ਉਹ ਬ੍ਰਹਮ ਨਾਲ ਜੁੜਿਆ ਹੋਇਆ ਹਰਿਆ ਭਰਿਆ ਹੁੰਦਾ ਹੈ। ਉਹਦੇ ਕੋਲ ਗੁਣ ਹੁੰਦੇ ਨੇ, ਉਹ ਆਪ ਵੀ ਸੁੱਖ ਮੰਨਦਾ ਹੈ ਤੇ ਦੂਜਿਆਂ ਨੂੰ ਵੀ ਸੁੱਖ ਵੰਡਦਾ ਹੈ। ਇਸ ਲਈ ਮਨਮੁਖ ਦੀ ਸੰਗਤ ਤੋਂ ਬਚਣ ਲਈ ਸਾਹਿਬ ਜੀ ਨੇ ਇਸ ਚੌਥੇ ਪਦੇ ਅੰਦਰ ਸਮਝਾਇਆ ਹੈ। ਹੁਕਮੇ ਕਰਮ ਕਮਾਵਣੇ, ਪਇਐ ਕਿਰਤ ਫਿਰਾਓ। ਹੁਕਮੇ ਦਰਸ਼ਨ ਦੇਖਣਾ, ਜਹ ਭੇਜੈ ਤਹ ਜਾਓ। ਹੁਕਮੇ ਹਰ ਹਰ ਮਨ ਵਸੈ, ਹੁਕਮੇ ਸੱਚ ਸਮਾਓ। ਹੁਣ ਗੁਰੂ ਪਾਤਸ਼ਾਹ ਨੇ ਤੀਸਰਾ ਔਰ ਚੌਥਾ ਪਦਾ ਇਹ ਦੋਵੇਂ ਸਮਝਾਂਗੇ ਤਾਂ ਪੰਜਵੇਂ ਦੀ ਸਮਝ ਆਉਣੀ ਹੈ। ਦੋਵੇਂ ਸਮਝਾ ਦਿੱਤੇ ਕਿ ਜੇ ਹਰੇ ਭਰੇ ਰਹਿਣਾ ਤੇ ਇਹਨਾਂ ਦੀ ਸੰਗਤ ਕਰੋ, ਜੇ ਸੁੱਕੇ ਰਹਿਣਾ, ਜੇ ਹਰ ਵੇਲੇ ਅੰਦਰੋਂ ਸੜਦੇ ਬਲਦੇ ਰਹਿਣਾ, ਈਰਖਾ ਨਫ਼ਰਤ ਦੀ ਅੱਗ ਵਿੱਚ, ਤ੍ਰਿਸ਼ਨਾ ਦੀ ਅਗਨੀ ਵਿੱਚ ਸੜਦੇ ਰਹਿਣਾ, ਫਿਰ ਧਿਆਨ ਰੱਖਿਓ ਉਹਦਾ ਹੁਕਮ ਵੀ ਉਸੇ ਅਨੁਸਾਰ ਹੋਣਾ ਹੈ। ਮਨਮੁਖ ਦੀ ਅਵਸਥਾ ਵੇਖ ਕੇ ਉਹਦੇ ਤੇ ਹੁਕਮ ਉਸ ਅਨੁਸਾਰ ਹੈ, ਗੁਰਮੁਖ ਦੀ ਅਵਸਥਾ ਦੇਖ ਕੇ ਉਹਦੇ ਉੱਤੇ ਹੁਕਮ ਉਹਦੇ ਅਨੁਸਾਰ ਹੈ। ਉਹਦੇ ਹੁਕਮ ਦੇ ਵਿੱਚ ਹੀ ਨਿੰਮ ਨੂੰ ਫਲ ਲੱਗਣਾ, ਉਹਦੇ ਹੁਕਮ ਵਿੱਚ ਹੀ ਅੰਬ ਦੇ ਰੁੱਖ ਨੂੰ ਫਲ ਲੱਗਣਾ। ਪਰ ਕਿੱਦਾਂ ਲੱਗਣਾ? ਅੰਬ ਦਾ ਰੁੱਖ ਦੇਖ ਕੇ ਕਿ ਇਹ ਅੰਬ ਦਾ ਦਰਖਤ ਹੈ, ਇਹਨੂੰ ਅੰਬ ਦਾ ਫਲ ਲੱਗਣਾ ਹੈ। ਇਹ ਨਿੰਮ ਦਾ ਦਰਖਤ ਹੈ, ਇਹਨੂੰ ਨਿੰਮ ਦਾ ਫਲ ਲੱਗਣਾ ਹੈ। ਉਹ ਦਰਖਤ ਵੇਖ ਕੇ, ਉਹਦਾ ਬੀਜ, ਉਹਦੀ ਜੜ ਵੇਖ ਕੇ ਫਲ ਲੱਗਣਾ ਹੈ। ਇਸੇ ਤਰ੍ਹਾਂ ਜਿਹੜਾ ਫਲ ਉਹਦੇ ਹੁਕਮ 'ਚ ਲੱਗਣਾ, ਸਾਡਾ ਕਰਮ ਦੇਖ ਕੇ ਲੱਗਣਾ ਹੈ। ਸਭ ਕਹਿੰਦੇ ਜੇ ਤਾਂ ਤੁਸੀਂ ਮਨਮੁਖਾਂ ਦੀ ਸੰਗਤ ਕਰੋਗੇ, ਫਿਰ ਧਿਆਨ ਰੱਖਿਓ, ਫਿਰ ਤਾਂ ਤੁਸੀਂ ਸੰਸਾਰ ਦੇ ਵਿੱਚ, ਫਿਰਾਉਣ ਦਾ ਅਰਥ ਹੁੰਦਾ ਇਸ ਫੇਰੇ ਵਿੱਚ ਹੀ ਰਹੋਗੇ, ਆਵਾਗਮਨ ਦੇ ਵਿੱਚ, ਆਉਣਾ ਜਾਣਾ ਆਉਣਾ ਜਾਣਾ। ਔਰ ਇਸ ਆਉਣ ਜਾਣ ਵਿੱਚ ਹੁੰਦਾ ਜੰਮਣਾ ਮਰਨਾ, ਇਹ ਜੰਮਣ ਮਰਨ ਵਿੱਚ ਹੀ ਪਏ ਰਹੋਗੇ। ਹੁਕਮੇ ਕਰਮ ਕਮਾਵਣੇ, ਪਈਐ ਕਿਰਤ ਫਿਰਾਓ। ਕੀਤੇ ਹੋਏ ਕਰਮ ਦੇ ਅਨੁਸਾਰ, ਜੋ ਤੁਸੀਂ ਕਰਮ ਕਮਾਏ ਨੇ ਉਹਦੇ ਅਨੁਸਾਰ ਫਿਰ ਉਹਦੇ ਹੁਕਮ ਵਿੱਚ ਫਿਰਾਓ, ਤੁਹਾਨੂੰ ਫਿਰ ਫੇਰਾ ਹੀ ਪਾਉਣਾ ਪੈਣਾ ਹੈ। ਫਿਰ ਇਸ ਸੰਸਾਰ ਦੇ ਵਿੱਚ ਭਟਕਣਾ ਹੀ ਤੁਹਾਨੂੰ ਮਿਲਣੀ ਹੈ। ਹੁਕਮ ਦੇਖੋ, ਮਨਮੁਖ ਵਾਸਤੇ ਵੀ ਹੁਕਮ ਪਰਮੇਸ਼ਵਰ ਦਾ ਹੈ, ਗੁਰਮੁਖ ਵਾਸਤੇ ਵੀ ਹੁਕਮ ਪਰਮੇਸ਼ਵਰ ਦਾ ਹੈ, ਪਰ ਸਾਡੇ ਕਰਮ ਨੂੰ ਵੇਖ ਕੇ ਹੈ। ਉਹਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ। ਜਿਹੜੇ ਮਾੜੇ ਕੰਮ ਕਰਦੇ ਆ ਉਹ ਵੀ ਉਹਦੇ ਹੁਕਮ 'ਚ ਹੀ ਨੇ, ਚੰਗੇ ਵੀ ਉਹਦੇ ਹੁਕਮ ਵਿੱਚ ਹੀ ਨੇ। ਹੁਕਮ ਹੈ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਏ। ਪਰ ਅਸੀਂ ਕਵਾਂਗੇ ਜੇ ਸਭ ਕੁਝ ਉਹਦੇ ਹੁਕਮ ਵਿੱਚ ਹੀ ਹੈ, ਆ ਜਿੰਨਾ ਵੀ ਮਾੜਾ ਕਰਮ ਸਮਾਜ ਵਿੱਚ ਹੋ ਰਿਹਾ ਹੈ ਇਹ ਸਾਰੇ ਉਹਦੇ ਹੁਕਮ ਵਿੱਚ ਨੇ, ਫਿਰ ਦੋਸ਼ ਬੰਦੇ ਨੂੰ ਕਿਉਂ ਦਈਏ? ਫਿਰ ਬੰਦੇ ਦਾ ਲੇਖਾ ਕਿਉਂ ਹੋਵੇ? ਇਹਦੇ ਕੋਲੋਂ ਕਿਉਂ ਪੁੱਛਿਆ ਜਾਏ? ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ, ਫਿਰ ਇਹ ਵਿਚਾਰ ਕਿਉਂ ਹੈ? ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜੈ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ, ਫਿਰ ਇਹ ਵਿਚਾਰ ਕਿਉਂ ਹੈ? ਚਾਰ ਗਵਾਇਆ ਹੰਡ ਕੇ ਚਾਰ ਗਵਾਇਆ, ਸਮ ਲੇਖਾ ਰੱਬ ਮੰਗੇਸੀਆਂ ਤੂੰ ਆਹੋ ਕੇਰੇ ਕੰਮ, ਫਿਰ ਇਹ ਕਿਉਂ ਸਾਨੂੰ ਕਿਹਾ ਗਿਆ ਜੇ ਸਭ ਕੁਝ ਉਹਦੇ ਹੁਕਮ ਵਿੱਚ ਹੀ ਹੈ? ਸਭ ਕਹਿੰਦੇ ਬਿਲਕੁਲ ਠੀਕ ਹੈ, ਸਭ ਕੁਝ ਉਹਦੇ ਹੁਕਮ ਵਿੱਚ ਹੈ, ਪਰ ਉਹਦਾ ਹੁਕਮ ਹੋਣਾ ਸਾਡੇ ਕਰਮ ਦੇਖ ਕੇ, ਸਾਡੇ ਕਰਮ ਦੇਖ ਕੇ ਹੁਕਮ ਹੋਣਾ ਹੈ। ਫਿਰ ਬੇਨਤੀ ਕਰਾਂ, ਨਿੰਮ ਦਾ ਦਰਖਤ ਵੇਖ ਕੇ ਨਿੰਮ ਨੂੰ ਫਲ ਲੱਗਣਾ ਹੈ, ਅੰਬ ਦਾ ਦਰਖਤ ਵੇਖ ਕੇ ਅੰਬ ਦਾ ਫਲ ਲੱਗਣਾ ਹੈ। ਇਹ ਨਹੀਂ ਕਿ ਬਿਨਾਂ ਦੇਖੇ ਸੋਚੇ ਸਮਝੇ ਨਿੰਮ ਨੂੰ ਅੰਬ ਦਾ ਫਲ ਲੱਗ ਗਿਆ ਤੇ ਅੰਬ ਨੂੰ ਨਿੰਮ ਲੱਗ ਗਈ, ਨਹੀਂ। ਜਿਸ ਤਰ੍ਹਾਂ ਦਾ ਬੀਜ ਹੈ ਫਲ ਉਸੇ ਤਰ੍ਹਾਂ ਹੀ ਲੱਗਣਾ ਹੈ। ਇਹ ਨਹੀਂ ਕਿ ਬੀਜ ਹੋਰ ਹੈ ਤੇ ਫਲ ਹੋਰ ਲੱਗ ਗਿਆ।
ਜੈਸਾ ਸਾਡਾ ਕਰਮ ਹੈ ਵੈਸਾ ਹੀ ਫਲ ਲੱਗਣਾ ਹੈ। ਚੰਗਾ ਕਰਮ ਹੈ ਚੰਗਾ ਫਲ, ਮਾੜਾ ਕਰਮ ਹੈ ਮਾੜਾ ਫਲ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਣ ਸਭ ਕੁਝ ਉਹਦੇ ਹੁਕਮ ਵਿੱਚ ਹੈ, ਮੰਦਾ ਵੀ ਉਹਦੇ ਹੁਕਮ ਵਿੱਚ ਹੈ, ਚੰਗਾ ਵੀ ਉਹਦੇ ਹੁਕਮ ਵਿੱਚ ਹੈ। ਪਰ ਸਭ ਕਹਿੰਦੇ ਠੀਕ ਹੈ ਉਹਦੇ ਹੁਕਮ ਵਿੱਚ ਹੈ, ਪਰ ਬੀਜ ਸਾਡਾ ਹੈ, ਬੀਜ ਅਸੀਂ ਬੋ ਰਹੇ ਹਾਂ। ਇਸ ਲਈ ਸਾਹਿਬ ਜੀ ਕਹਿੰਦੇ ਹੁਕਮੇ ਕਰਮ ਕਮਾਵਣੇ ਪਈਐ ਕਿਰਤ ਫਿਰਾਓ। ਜਿਹੜੇ ਤਾਂ ਕਰਮ ਕਮਾਉਂਦੇ ਨੇ ਮਨਮੁਖ ਦੀ ਸੰਗਤ ਕਰਕੇ, ਫਿਰ ਉਹ ਕੀਤੇ ਹੋਏ ਕਰਮ ਅਨੁਸਾਰ ਉਹਨਾਂ ਉੱਤੇ ਹੁਕਮ ਹੁੰਦਾ ਹੈ, ਫਿਰ ਉਹ ਫੇਰੇ ਵਿੱਚ ਰਹਿੰਦੇ ਆ, ਭਾਵ ਉਹ ਫਿਰ ਭਟਕਣਾ ਵਿੱਚ ਭਟਕਦੇ ਰਹਿੰਦੇ ਨੇ, ਉਹ ਆਵਾਗਮਨ ਵਿੱਚ ਪਏ ਰਹਿੰਦੇ ਨੇ। ਹੁਕਮੈ ਦਰਸ਼ਨ ਦੇਖਣਾ ਜਹ ਭੇਜਹਿ ਤੈ ਜਾਓ। ਇੱਕ ਨਾ ਉੱਤੇ ਹੁਕਮ ਮਾਲਕ ਦਾ ਐਸਾ ਹੈ ਕਿ ਉਹਦੇ ਹੁਕਮ ਵਿੱਚ ਉਹਦੇ ਦੀਦਾਰ ਹੁੰਦੇ ਨੇ। ਉਹ ਕੌਣ ਨੇ? ਉਹ ਗੁਰਮੁਖ ਨੇ। ਮਨ ਰੇ ਗੁਰ ਕੀ ਕਾਰ ਕਮਾਏ, ਗੁਰ ਕੇ ਭਾਣੇ ਜੇ ਚੱਲੇ ਤਾਂ ਅਨ ਦਿਨ ਰਾਚੈ ਹਰ ਨਾਏ। ਜਿਹੜੇ ਗੁਰਮੁਖ ਸਨ ਉਹਨਾਂ ਨੂੰ ਫਿਰ ਉਹਦੇ ਹੁਕਮ ਵਿੱਚ ਦੀਦਾਰ ਵੀ ਹੋਏ, ਤੇ ਜਿੱਧਰ ਭੇਜਿਆ ਮੇਰੇ ਮਾਲਕ ਨੇ ਉਧਰ ਹੱਸ ਕੇ ਚਲੇ ਗਏ। ਕਬੀਰ ਸਾਹਿਬ ਜੀ ਨੇ ਜਿਵੇਂ ਆਖਿਆ, ਇਹ ਅਵਸਥਾ ਕਬੀਰ ਸਾਹਿਬ ਦੀ ਹੈ। ਕਹਿੰਦੇ ਮੈਂ ਤੇ ਹੁਣ ਉਹਦੇ ਹੁਕਮ ਵਿੱਚ ਹਾਂ, ਮੈਨੂੰ ਜਿੱਧਰ ਉਹ ਭੇਜੇਗਾ ਮੈਂ ਚਲੇ ਜਾਵਾਂਗਾ, ਜਿਵੇਂ ਉਹ ਬੁਲਾਵੇਗਾ ਮੈਂ ਬੋਲਾਂਗਾ, ਕਿਉਂਕਿ ਹੁਣ ਮਾਲਕ ਦੇ ਹੁਕਮ ਦੇ ਵਿੱਚ ਉਹਦੇ ਅਨੁਸਾਰ ਹੈ। ਕਬੀਰ ਕੂਕਰ ਰਾਮ ਕੋ ਮੁਤੀਆ, ਮੇਰੋ ਨਾਉ ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਓ। ਮਨਮੁਖ ਆਪਣੀ ਮਰਜ਼ੀ ਨਾਲ ਚੱਲਦਾ ਹੈ ਤੇ ਗੁਰਮੁਖ ਮਾਲਕ ਦੇ ਹੁਕਮ ਅਨੁਸਾਰ ਚੱਲਦਾ ਹੈ। ਉਹ ਦੁੱਖ ਸੁੱਖ ਦੇ ਵਿੱਚ ਮਾਲਕ ਦੇ ਹੁਕਮ ਵਿੱਚ ਰਹਿੰਦਾ ਹੈ। ਇਸ ਲਈ ਸਾਹਿਬ ਕਹਿੰਦੇ ਜਿਹੜੇ ਤਾਂ ਮਨਮੁਖ ਸਨ ਉਹਨਾਂ ਨੇ ਜਿੱਦਾਂ ਦੇ ਕਰਮ ਕੀਤੇ, ਉਹਨਾਂ ਦੇ ਕਰਮ ਦੇ ਅਨੁਸਾਰ ਉਹਨਾਂ ਨੂੰ ਫਿਰ ਭਟਕਣਾ ਹੀ ਪਿਆ। ਆਵਾਗਮਨ ਦੇ ਵਿੱਚ ਹੀ ਉਹ ਪਏ ਰਹਿੰਦੇ ਨੇ, ਜੂਨਾਂ ਵਿੱਚ ਭਟਕਦੇ ਰਹਿੰਦੇ ਨੇ। ਪਰ ਇੱਕ ਉਹ ਨੇ ਜਿਹੜੇ ਗੁਰਮੁਖ ਅਨੁਸਾਰ ਚੱਲੇ, ਉਹਨਾਂ ਲਈ ਹੁਕਮ ਹੋਇਆ ਤੇ ਉਹਨਾਂ ਨੇ ਹੁਕਮ ਵਿੱਚ ਦਰਸ਼ਨ ਵੀ ਕੀਤਾ। ਫਿਰ ਜੈ ਭੇਜੈ ਤਹਿ ਜਾਓ। ਉਹ ਫਿਰ ਜਿੱਧਰ ਭੇਜਦੇ ਨੇ ਮਾਲਕ ਉਸ ਪਾਸੇ ਨੂੰ ਹੱਸ ਕੇ ਜਾਂਦੇ ਨੇ। ਉਹ ਕਦੇ ਵੀ ਇਨਕਾਰ ਨਹੀਂ ਕਰਦੇ ਵੀ ਮਾਲਕ ਜੀ ਸਾਨੂੰ ਤੁਹਾਡਾ ਹੁਕਮ ਪ੍ਰਵਾਨ ਨਹੀਂ। ਉਹ ਹਰ ਹੁਕਮ ਨੂੰ ਪ੍ਰਵਾਨ ਕਰਦੇ ਨੇ। ਹੁਕਮੈ ਦਰਸ਼ਨ ਦੇਖਣਾ ਜਹ ਭੇਜੈ ਤਹ ਜਾਓ। ਹੁਕਮੈ ਹਰ ਹਰ ਮਨ ਵਸੈ, ਹੁਕਮੈ ਸੱਚ ਸਮਾਓ। ਜਿਹੜੇ ਤਾਂ ਗੁਰੂ ਸਾਹਿਬ ਜੀ ਨੂੰ ਮਨ ਸਮਰਪਣ ਕੀਤਾ, ਫਿਰ ਮਾਲਕ ਦਾ ਹੁਕਮ ਉਹਨਾਂ ਉੱਤੇ ਐਸਾ ਹੋਇਆ ਕਿ ਉਹਦੇ ਹੁਕਮ ਵਿੱਚ ਹੀ ਫਿਰ ਮਨ ਵਿੱਚ ਵਾਹਿਗੁਰੂ ਜੀ ਦਾ ਨਾਮ ਵਸ ਗਿਆ। ਤੇ ਜਿਨ੍ਹਾਂ ਅੰਦਰ ਮਨ ਵਿੱਚ ਪਰਮੇਸ਼ਵਰ ਦਾ ਨਾਮ ਵਸਿਆ, ਉਹ ਫਿਰ ਉਹਦੇ ਹੁਕਮ ਵਿੱਚ ਹੀ ਸੱਚ ਵਿੱਚ ਸਮਾ ਗਏ, ਸੱਚ ਵਿੱਚ ਲੀਨ ਹੋ ਗਏ। ਫੈਸਲਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਰਨਾ ਹੈ। ਫਿਰ ਬੇਨਤੀ ਕਰਾਂ, ਪਰ ਕਰਨਾ ਹੈ ਸਾਡੇ ਕੀਤੇ ਹੋਏ ਕਰਮ ਦੇ ਅਨੁਸਾਰ। ਗੁਰਬਾਣੀ ਨੂੰ ਪੜ੍ਹ ਕੇ, ਗੁਰਬਾਣੀ ਨੂੰ ਸਮਝ ਕੇ ਅਸੀਂ ਇਸ ਅਵਸਥਾ ਤੇ ਆਉਣਾ ਹੈ ਜਿੱਥੇ ਆਪਣੀ ਰਸਨਾ ਤੋਂ ਆਪ ਕਬੂਲ ਕਰਕੇ ਕਹਿਣਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ। ਅਸੀਂ ਆਪਣੇ ਹੀ ਕੀਤੇ ਹੋਏ ਕਰਮ ਦੇ ਅਨੁਸਾਰ ਵਿਛੜੇ ਹਾਂ, ਕਿਸੇ ਨੂੰ ਕੋਈ ਦੋਸ਼ ਨਹੀਂ ਹੈ, ਕਿਸੇ ਨੂੰ ਕੋਈ ਉਲਾਂਭਾ ਨਹੀਂ ਹੈ। ਮੇਰੇ ਆਪਣੇ ਹੀ ਕੀਤੇ ਹੋਏ ਕਰਮ ਦਾ ਫਲ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਇਸ ਲਈ ਮਾਲਕ ਜੀ ਦਾ ਹੁਕਮ ਹੈ ਮਨਮੁਖ ਵਾਸਤੇ। ਮਨਮੁਖ ਵਾਸਤੇ ਹੁਕਮ ਕੀ ਹੈ? ਉਹ ਫਿਰ ਭੁੱਲਿਆ ਹੋਇਆ ਇਸ ਜੂਨਾਂ ਵਿੱਚ ਭਟਕਦਾ ਰਹਿੰਦਾ ਹੈ। ਤੇ ਗੁਰਮੁਖ ਲਈ ਹੁਕਮ ਕੀ ਹੈ? ਉਹਦੇ ਮਨ ਵਿੱਚ ਨਾਮ ਵਸ ਜਾਂਦਾ ਹੈ ਤੇ ਉਹ ਇੱਕ ਦਿਨ ਸੱਚ ਵਿੱਚ ਸਮਾ ਜਾਂਦਾ ਹੈ, ਸੱਚ ਵਿੱਚ ਲੀਨ ਹੋ ਜਾਂਦਾ ਹੈ। ਹੁਕਮ ਨਾ ਜਾਣੇ ਬਪੜੇ, ਭੁੱਲੇ ਫਿਰ ਹੈ ਗਵਾਰ। ਮਨ ਹਠ ਕਰਮ ਕਮਾਵਦੇ,
ਨਿਤ ਨਿਤ ਹੋਇ ਖਵਾਰ ਅੰਤਰ ਸ਼ਾਂਤ ਨਾ ਆਵਈ ਨਾ ਸੱਚ ਲੱਗੈ ਪਿਆਰ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ 6ਵੇਂ ਪਦੇ ਵਿੱਚ ਫਿਰ ਕਿਰਪਾ ਕਰਕੇ ਸਮਝਾਇਆ ਕਿ ਜਿਹੜੇ ਮਨਮੁਖ ਮਨ ਹੱਠ ਵਾਲੇ ਨੇ, ਮਨ ਮਰਜ਼ੀ ਕਰਨ ਵਾਲੇ ਨੇ, ਉਹ ਉਸ ਮਾਲਕ ਦੇ ਹੁਕਮ ਨੂੰ ਨਹੀਂ ਜਾਣਦੇ, ਉਹ ਹੁਕਮ ਨੂੰ ਨਹੀਂ ਸਮਝਦੇ। ਤੇ ਜਿਹੜੇ ਉਹਦੇ ਹੁਕਮ ਨੂੰ ਸਮਝਣ ਵਾਸਤੇ ਤਿਆਰ ਨਹੀਂ, ਉਹ ਕਹਿੰਦੇ ਨਹੀਂ ਅਸੀਂ ਨਹੀਂ ਮੰਨਦੇ ਉਹਦੇ ਹੁਕਮ ਨੂੰ, ਅਸੀਂ ਤੇ ਆਪਣੀ ਮਰਜ਼ੀ ਦੇ ਅਨੁਸਾਰ ਨਿੰਮ ਦੀ ਕੁੜੱਤਣ ਨੂੰ ਖਤਮ ਕਰਕੇ ਅੰਬ ਵਰਗਾ ਮਿੱਠਾ ਫਲ ਉਹਨੂੰ ਲਾਉਣਾ ਚਾਹੁੰਦੇ ਹਾਂ। ਜਿਸ ਤਰ੍ਹਾਂ ਵਿਗਿਆਨਕ ਤਲ ਦੇ ਉੱਤੇ ਕਈ ਐਸੇ ਨੇ ਜਿਹੜੇ ਕੁਦਰਤ ਨਾਲ ਖਿਲਵਾੜ ਕਰਕੇ ਇੱਕ ਆਪਣੀ ਕੁਦਰਤ ਦਾ ਢਾਂਚਾ ਤਿਆਰ ਕਰਨਾ ਚਾਹੁੰਦੇ ਆ, ਪਰ ਜਿਵੇਂ ਕਰਦੇ ਨੇ ਤੇ ਨੁਕਸਾਨ ਕੀ ਹੁੰਦਾ ਹੈ, ਉਹਦਾ ਨੁਕਸਾਨ ਫਿਰ ਪੂਰੀ ਦੁਨੀਆ ਨੂੰ ਭੁਗਤਣਾ ਪੈਂਦਾ ਹੈ। ਜਿੰਨਾ ਅਸੀਂ ਕੁਦਰਤ ਨਾਲ ਖਿਲਵਾੜ ਕਰਾਂਗੇ ਮਨ ਹੱਠ ਕਰਕੇ, ਆਪਣੀ ਮਨ ਮਰਜ਼ੀ ਕਰਕੇ, ਉਹਦਾ ਉਲਟਾ ਨੁਕਸਾਨ ਸਾਨੂੰ ਹੀ ਹੋਣਾ ਹੈ। ਅੱਜ ਪਾਣੀ ਦੂਸ਼ਿਤ ਹੋ ਗਿਆ, ਹਵਾ ਦੂਸ਼ਿਤ ਹੋ ਗਈ, ਭਿਆਨਕ ਬਿਮਾਰੀਆਂ ਲੱਗ ਗਈਆਂ, ਕਿ ਇਹ ਪਰਮਾਤਮਾ ਨੇ ਲਾਈਆਂ ਨੇ? ਇਹ ਜਿੰਨਾ ਵੀ ਅੱਜ ਦੂਸ਼ਿਤ ਹੋਇਆ ਪਿਆ ਸਭ ਕੁਝ, ਕਿ ਇਹ ਪਰਮਾਤਮਾ ਦੇ ਹੁਕਮ ਵਿੱਚ ਹੈ? ਕਿ ਕੁਦਰਤ ਨੂੰ ਰੱਬ ਜੀ ਨੇ ਇਸ ਲਈ ਸਾਜਿਆ ਸੀ ਵੀ ਇੱਕ ਦਿਨ ਪਾਣੀ ਵੀ ਮੈਂ ਦੂਸ਼ਿਤ ਕਰ ਦਿਆਂਗਾ, ਹਵਾ ਵੀ ਦੂਸ਼ਿਤ ਕਰ ਦਿਆਂਗਾ, ਮਿੱਟੀ ਵੀ ਦੂਸ਼ਿਤ ਕਰ ਦਿਆਂਗਾ। ਇਹ ਕੀ ਉਹਦੇ ਹੁਕਮ 'ਚ ਹੈ? ਨਹੀਂ, ਇਹ ਸਾਡੇ ਹੀ ਕੀਤੇ ਹੋਏ ਕਰਮ ਦਾ ਫਲ ਹੈ। ਅਸੀਂ ਜੋ ਕਰ ਰਹੇ ਹਾਂ ਉਹਦਾ ਨਤੀਜਾ ਹੈ ਕਿ ਅੱਜ ਸਾਨੂੰ ਹਵਾ ਵੀ ਸ਼ੁੱਧ ਨਹੀਂ ਮਿਲਦੀ, ਪਾਣੀ ਵੀ ਸ਼ੁੱਧ ਨਹੀਂ ਮਿਲਦਾ। ਇਹ ਉਹਦਾ ਨਤੀਜਾ ਹੀ ਹੈ ਨਾ। ਤੇ ਜਦੋਂ ਸਾਨੂੰ ਸਮਝ ਆਈ, ਅਸੀਂ ਆਖਿਆ ਵੀ ਹੁਣ ਫਿਰ ਯਤਨ ਕਰੀਏ। ਆਪਣੇ ਲੋਭ ਲਾਲਚ ਵਿੱਚ ਆ ਕੇ ਅਸੀਂ ਦਰਖਤਾਂ ਦੇ ਦਰਖਤ ਵੱਢਦੇ ਚਲੇ ਗਏ, ਪਰ ਹੁਣ ਪਤਾ ਲੱਗਦਾ ਵੀ ਉਹਦਾ ਨੁਕਸਾਨ ਕੀ ਹੋਇਆ। ਜਦੋਂ ਦਰਖਤਾਂ ਦੇ ਦਰਖਤ ਵੱਢਦੇ ਸੀ, ਕੱਟਦੇ ਸੀ, ਉਦੋਂ ਤੇ ਸਮਝ ਨਹੀਂ ਆਈ। ਅੱਜ ਉਹਦਾ ਨਤੀਜਾ ਜਦੋਂ ਸਾਹਮਣੇ ਆਉਂਦਾ, ਭਿਆਨਕ ਭਿਆਨਕ ਰੋਗ ਲੱਗ ਰਹੇ, ਬਿਮਾਰੀਆਂ ਲੱਗ ਰਹੀਆਂ ਨੇ, ਅੱਜ ਜਦੋਂ ਸਾਹਮਣੇ ਆਇਆ ਤੇ ਫਿਰ ਦੋਸ਼ ਰੱਬ ਨੂੰ ਕਿਵੇਂ ਦੇ ਸਕਦੇ ਹਾਂ? ਜਿਹੜੇ ਸਵੱਛ ਕੁਦਰਤੀ ਤੌਰ ਤੇ ਸਵੱਛ ਪਾਣੀ ਸਾਨੂੰ ਮਿਲਦਾ ਸੀ, ਅੱਜ ਪਾਣੀ ਨੂੰ ਫਿਲਟਰ ਕਰਨ ਦੀ ਲੋੜ ਕਿਉਂ ਪੈ ਗਈ? ਕਿ ਇਹ ਵੀ ਉਹਦਾ ਹੁਕਮ ਹੈ? ਇਹ ਸਾਡੇ ਕੀਤੇ ਹੋਏ ਕਰਮ ਦਾ ਨਤੀਜਾ ਹੈ। ਜੋ ਅਸੀਂ ਕਰ ਰਹੇ ਹਾਂ ਉਹਦਾ ਅੱਗੇ ਫਲ, ਜਦੋਂ ਅਸੀਂ ਬੀਜ ਬੀਜਦੇ ਹਾਂ ਉਦੋਂ ਇਹ ਨਹੀਂ ਸੋਚਦੇ ਇਹਨੂੰ ਫਲ ਕਿਹੜਾ ਲੱਗਣਾ ਹੈ। ਬੀਜ ਬੀਜਣ ਤੋਂ ਪਹਿਲਾਂ ਜੇ ਸੋਚ ਲਈਏ ਤੇ ਨਤੀਜਾ ਅੱਗੇ ਮਾੜਾ ਨਹੀਂ ਹੋਏਗਾ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛਤਾਈਐ। ਪਰ ਜਦੋਂ ਬੰਦਾ ਕੰਮ ਕਰਦਾ ਉਦੋਂ ਅੰਤ ਨਹੀਂ ਨਾ ਵੇਖਦਾ, ਉਦੋਂ ਨਹੀਂ ਵੇਖਦਾ, ਪਰ ਜਦੋਂ ਅੰਤ ਹੁੰਦਾ ਉਦੋਂ ਪਛਤਾਉਂਦਾ ਵੀ ਮੈਂ ਕੀ ਕਰ ਬੈਠਾ। ਜੇ ਬੀਜ ਬੀਜਣ ਲੱਗਿਆਂ ਹੀ ਸੋਚ ਲਈਏ, ਵਿਚਾਰ ਲਈਏ, ਤਾਂ ਫਿਰ ਸਾਨੂੰ ਕਦੇ ਫਲ ਤੱਕ ਪਹੁੰਚਦਿਆਂ ਪਛਤਾਉਣਾ ਨਹੀਂ ਪਏਗਾ। ਤੇ ਜੇ ਬੀਜ ਬੀਜਣ ਲੱਗਿਆਂ ਨਹੀਂ ਸੋਚਿਆ, ਫਿਰ ਫਲ ਵੇਲੇ ਪਛਤਾਉਣਾ ਪਏਗਾ। ਤੇ ਜੇ ਆਪਾਂ ਕਹੀਏ ਵੀ ਜ਼ਹਿਰ ਦਾ ਬੀਜ ਪਾ ਕੇ ਤੇ ਅੰਮ੍ਰਿਤ ਦਾ ਫਲ ਲੈ ਲਾਂਗੇ, ਇਹ ਵੀ ਭੁਲੇਖਾ ਮਨ ਚੋਂ ਕੱਢ ਦਈਏ। ਬੀਜੈ ਬਿਖ ਮੰਗੈ ਅੰਮ੍ਰਿਤ। ਅਸੀਂ ਬਿਖ ਬੀਜ ਕੇ ਅੰਮ੍ਰਿਤ ਮੰਗਦੇ ਹਾਂ। ਮਹਾਰਾਜ ਕਹਿੰਦੇ ਇਹ ਦੁਨੀਆ 'ਚ ਹੋ ਸਕਦਾ ਹੈ, ਪਰ ਉਹਦੀ ਕਚਹਿਰੀ ਵਿੱਚ ਇਹ ਬੇਇਨਸਾਫੀ ਨਹੀਂ ਹੋਣੀ। ਉਹਦੇ ਦਰਬਾਰ ਦੇ ਵਿੱਚ ਝੂਠੇ ਫੈਸਲੇ ਨਹੀਂ ਹੋਣੇ, ਉਹਦੇ ਦਰਬਾਰ ਵਿੱਚ ਸੱਚੇ ਫੈਸਲੇ ਹੋਣੇ ਆ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰਸ਼ਾਹਾਂ ਪਾਤਸ਼ਾਹ ਨਹਿਚਲ ਚੌਰ ਛਤ। ਉਹ ਸੱਚੀ ਨਿਆਈ ਵਾਲਾ ਹੈ, ਸੱਚਾ ਨਿਆਂ ਕਰਨ ਵਾਲਾ। ਉਹਦੇ ਘਰ ਵਿੱਚ ਜੈਸਾ ਕਰਮ ਹੈ, ਜੈਸਾ ਬੀਜ ਹੈ, ਵੈਸਾ ਹੀ ਫਲ ਲੱਗਣਾ ਹੈ। ਉੱਥੇ ਕੋਈ ਹੇਰਾ ਫੇਰੀ ਨਹੀਂ, ਕੋਈ ਰਿਸ਼ਵਤ ਨਹੀਂ, ਕੋਈ ਸਿਫਾਰਿਸ਼ ਨਹੀਂ। ਉੱਥੇ ਤਾਂ ਜਿਸ ਤਰ੍ਹਾਂ ਦਾ ਕਰਮ ਕਰਾਂਗੇ ਫਲ ਉਸ ਤਰ੍ਹਾਂ ਦਾ ਹੀ ਭੋਗਣਾ ਪੈਣਾ ਹੈ। ਇੱਥੋਂ ਤੱਕ ਈਵਨ ਗੁਰੂ ਸਾਹਿਬ ਜੀ ਨੇ ਆਪਣੇ ਪੁੱਤਰ ਤੱਕ ਵੀ ਇਹ ਗੱਲ ਕਹਿ ਦਿੱਤੀ। ਇਹ ਨਹੀਂ ਕਿ ਗੁਰਸਿੱਖਾਂ ਤੱਕ ਹੀ ਆਖਿਆ, ਨਹੀਂ। ਜੇ ਆਖਿਆ ਰਾਮ ਰਾਏ
ਤੂੰ ਗਲਤ ਬੀਜ ਬੀਜਿਆ ਤੇ ਤੈਨੂੰ ਫਲ ਵੀ ਉਦਾਂ ਦਾ ਹੀ ਮਿਲਣਾ ਤੇ ਦਿੱਤਾ ਮਹਾਰਾਜ ਨੇ। ਮਹਾਰਾਜ ਨੇ ਆਖਿਆ ਵੀ ਜੇ ਤੂੰ ਗੁਰਬਾਣੀ ਦੀ ਪੰਕਤੀ ਅਰਥ ਬਦਲਿਆ ਤੇ ਫਿਰ ਅੱਜ ਤੋਂ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਹੈ। ਔਰ ਗੁਰੂ ਸਾਹਿਬ ਨੇ ਉਹ ਰਿਸ਼ਤਾ ਖਤਮ ਵੀ ਕੀਤਾ। ਜੇ ਜੋ ਗੁਰਬਾਣੀ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ, ਉਹ ਫਿਰ ਭਾਵੇਂ ਪੁੱਤਰ ਹੀ ਕਿਉਂ ਨਾ ਹੋਵੇ। ਇਸ ਲਈ ਸਾਹਿਬ ਨੇ ਆਖਿਆ ਵੀ ਜਿਸ ਤਰ੍ਹਾਂ ਦਾ ਬੀਜ ਹੋਏਗਾ ਫਲ ਉਸੇ ਤਰ੍ਹਾਂ ਲੱਗਣਾ ਹੈ। ਕਰਮ ਨੂੰ ਫਲ ਲੱਗਣਾ ਹੈ, ਕਰਮ ਤੋਂ ਬਿਨਾਂ ਫਲ ਨਹੀਂ। ਇਹ ਹੁਣ ਅਸੀਂ ਦੇਖਣਾ ਵੀ ਸਾਡਾ ਕਰਮ ਕਿੱਦਾਂ ਦਾ ਹੈ। ਜੋ ਵੀ ਅੱਜ ਅਸੀਂ ਜਿੰਨੇ ਵੀ ਭਿਆਨਕ ਰੋਗ ਬਿਮਾਰੀਆਂ ਪੈਦਾ ਹੋ ਰਹੀਆਂ ਨੇ, ਇਹ ਕੋਈ ਪਰਮਾਤਮਾ ਨਹੀਂ ਲਾ ਰਿਹਾ, ਇਹ ਸਾਡੇ ਕੀਤੇ ਹੋਏ ਕਰਮ ਨਾਲ ਹੀ ਪੈਦਾ ਹੋ ਰਹੀਆਂ ਨੇ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਸਮਝਾਇਆ, ਸਾਹਿਬ ਕਹਿੰਦੇ ਹੁਕਮ ਨਾ ਜਾਣੈ ਬੱਪੜੇ, ਨਹੀਂ ਜਾਣਦੇ ਉਹਦੇ ਹੁਕਮ ਨੂੰ, ਭੂਲੇ ਫਿਰੈ ਗਵਾਰ, ਉਹ ਮੂਰਖ ਨੇ। ਤੇ ਉਹ ਮੂਰਖ ਫਿਰ ਭੁੱਲੇ ਫਿਰਦੇ ਨੇ, ਭਟਕੇ ਫਿਰਦੇ ਨੇ, ਉਹਦੇ ਹੁਕਮ ਨੂੰ ਸਮਝਣ ਵਾਸਤੇ ਤਿਆਰ ਨਹੀਂ। ਫਿਰ ਕਹਿਣਗੇ ਸਾਨੂੰ ਤਾਂ ਸਮਝਾਇਆ ਹੀ ਨਹੀਂ ਗਿਆ। ਗੁਰਬਾਣੀ ਤਾਂ ਰੋਜ਼ ਸਮਝਾ ਰਹੀ ਹੈ, ਰੋਜ਼ ਗੁਰੂ ਸਾਹਿਬ ਜੀ ਹੁਕਮ ਰਾਹੀਂ ਸਮਝਾ ਰਹੇ ਨੇ, ਬਾਣੀ ਰਾਹੀਂ ਸਮਝਾ ਰਹੇ ਨੇ। ਹੁਣ ਅਸੀਂ ਗੁਰੂ ਦਾ ਹੁਕਮ ਨਹੀਂ ਸੁਣਿਆ, ਅਸੀਂ ਗੁਰਬਾਣੀ ਨਹੀਂ ਸੁਣੀ, ਤੇ ਉੱਥੇ ਕਸੂਰ ਕਿਹਦਾ ਹੈ? ਸਾਨੂੰ ਤਾਂ ਰਾਤ ਵੀ ਜ਼ਿਕਰ ਕੀਤਾ ਸੀ, ਪੈਗੰਬਰ ਦੀ ਗੱਲ ਚੱਲੀ ਸੀ। ਆ ਪੈਗਾਮ ਆਇਆ ਉਸ ਮਾਲਕ ਦੇ ਘਰੋਂ। ਇਹ ਜਿੰਨੀ ਵੀ ਬਾਣੀ ਹੈ, ਇਹ ਸਾਰਾ ਪੈਗਾਮ ਕਿੱਥੋਂ ਆਇਆ? ਧੁਰ ਕੀ ਬਾਣੀ ਆਈ, ਇਹ ਧੁਰੋਂ ਆਈ ਹੋਈ ਬਾਣੀ, ਧੁਰੋਂ ਆਇਆ ਪੈਗਾਮ ਹੈ। ਹੁਣ ਅਸੀਂ ਨਹੀਂ ਅੱਗੋਂ ਸੁਣਨਾ ਚਾਹੁੰਦੇ, ਤੇ ਕਸੂਰ ਕਿਹਦਾ ਹੈ? ਪੈਗਾਮ ਤੇ ਸੁਣਾਇਆ ਜਾ ਰਿਹਾ ਹੈ, ਪਰ ਅਸੀਂ ਨਹੀਂ ਸੁਣਿਆ। ਫਿਰ ਬਾਅਦ ਵਿੱਚ ਕਹਿ ਦਾਂਗੇ ਸਾਨੂੰ ਕਿਹੜਾ ਕਿਸੇ ਦੱਸਿਆ ਸੀ, ਸਾਨੂੰ ਕਿਹੜਾ ਕਿਸੇ ਨੇ ਸਮਝਾਇਆ ਸੀ। ਜੇ ਸਾਨੂੰ ਕੋਈ ਦੱਸਦਾ ਸਮਝਾਉਂਦਾ ਤੇ ਅਸੀਂ ਇਦਾਂ ਨਾ ਕਰਦੇ। ਫਿਰ ਵੀ ਅਸੀਂ ਦੂਜਿਆਂ ਨੂੰ ਹੀ ਦੋਸ਼ ਦਿੰਦੇ ਹਾਂ, ਆਪਣੇ ਆਪ ਨੂੰ ਨਹੀਂ। ਪਰ ਮਹਾਰਾਜ ਕਹਿੰਦੇ ਸੁਣਾਇਆ ਸੀ, ਤੂੰ ਹੀ ਨਹੀਂ ਸੁਣਿਆ। ਸੂਰਜ ਤਾਂ ਨਿਕਲਿਆ ਹੈ, ਪਰ ਤੂੰ ਹੀ ਨਹੀਂ ਅੱਖਾਂ ਖੋਲੀਆਂ। ਅੱਖਾਂ ਤੇ ਪੱਟੀ ਤੂੰ ਆਪ ਬੰਨ ਕੇ ਬੈਠਾ ਤੇ ਦੋਸ਼ ਦਿੰਦਾ ਸੂਰਜ ਨੂੰ ਵੀ, ਸੂਰਜ ਨਹੀਂ ਚੜਿਆ। ਅੱਖਾਂ ਤੋਂ ਪੱਟੀ ਖੋਲਾਂਗੇ ਤੇ ਪਤਾ ਲੱਗੇਗਾ ਵੀ ਸੂਰਜ ਤੇ ਚੜਿਆ ਹੋਇਆ ਹੈ। ਇਸ ਲਈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਜਿਹੜੇ ਗਵਾਰ ਮੂਰਖ ਲੋਕ ਹੁੰਦੇ ਆ, ਇਹ ਹੁਕਮ ਨਾ ਜਾਣੈ, ਨਹੀਂ ਜਾਣਦੇ ਹੁਕਮ। ਭੁੱਲੇ ਫਿਰੈ ਗਵਾਰ, ਇਹ ਮੂਰਖ ਬਣ ਕੇ ਫਿਰ ਭੁੱਲੇ ਭਟਕਦੇ ਰਹਿੰਦੇ ਨੇ। ਮਨ ਹੱਠ ਕਰਮ ਕਮਾਵੰਦੇ, ਇਹ ਮਨ ਦਾ ਹੱਠ ਕਰਕੇ, ਮਨ ਦੀ ਜਿੱਦ ਕਰਕੇ, ਮਨ ਮਰਜ਼ੀ ਕਰਕੇ ਕਰਮ ਕਮਾਉਂਦੇ ਨੇ। ਤੇ ਜਦੋਂ ਕਮਾਉਂਦੇ ਨੇ ਨਿਤ ਨਿਤ ਹੋਏ ਖੁਆਰ, ਫਿਰ ਨਿਤ ਖੁਆਰ ਹੀ ਹੁੰਦੇ ਨੇ, ਕਿਉਂਕਿ ਆਪਣੀ ਮਰਜ਼ੀ ਅਨੁਸਾਰ ਚੱਲਦੇ ਨੇ। ਇਹ ਗੁਰਮਤ ਅਨੁਸਾਰ ਨਹੀਂ ਚੱਲਦੇ, ਗੁਰਬਾਣੀ ਅਨੁਸਾਰ ਨਹੀਂ ਚੱਲਦੇ, ਗੁਰੂ ਸਾਹਿਬ ਜੀ ਦੀ ਮਰਜ਼ੀ ਅਨੁਸਾਰ ਨਹੀਂ ਚੱਲਦੇ, ਆਪਣੀ ਮਰਜ਼ੀ ਨਾਲ ਚੱਲਦੇ ਆ ਤੇ ਨਿਤ ਖੁਆਰ ਹੁੰਦੇ ਨੇ, ਦੁਖੀ ਹੁੰਦੇ ਨੇ। ਇਸ ਲਈ ਦੋਸ਼ ਕਿਸੇ ਨੂੰ ਨਹੀਂ। ਤੇ ਜਦੋਂ ਖੁਆਰ ਹੁੰਦੇ ਨੇ, ਅੰਤਰ ਸ਼ਾਂਤ ਨ ਆਵਈ, ਨਾ ਸੱਚ ਲੱਗੈ ਪਿਆਰ, ਅੰਦਰ ਮਨ ਵਿੱਚ ਮਨ ਸ਼ਾਂਤ ਹੀ ਨਹੀਂ ਹੁੰਦਾ। ਮਨ ਵਿੱਚ ਬੇਚੈਨੀ ਹਰ ਵੇਲੇ ਬਣੀ ਰਹਿੰਦੀ ਹੈ, ਫਿਕਰ ਚਿੰਤਾ, ਹਰ ਵੇਲੇ ਮਨ ਪਰੇਸ਼ਾਨ ਅੰਦਰ ਰਹਿੰਦਾ ਹੈ ਕਿ ਸੱਚ ਨਾਲ ਪਿਆਰ ਨਹੀਂ ਇਹਨਾਂ ਦਾ ਬਣਦਾ। ਜਿਹੜੇ ਮਨਮੁਖ ਮਨ ਹੱਠ ਵਾਲੇ ਹੁੰਦੇ ਮੂਰਖ ਲੋਕ, ਉਹ ਕਦੇ ਸੱਚ ਪਰਮੇਸ਼ਵਰ ਦੇ ਨਾਮ ਨਾਲ ਪਿਆਰ ਨਹੀਂ ਪਾ ਸਕਦੇ। ਔਰ ਦੂਜਾ, ਉਹਨਾਂ ਦੇ ਮਨ ਅੰਦਰ ਕਦੇ ਵੀ ਟਿਕਾ ਨਹੀਂ ਆਉਂਦਾ, ਉਹਨਾਂ ਦਾ ਮਨ ਹਰ ਵੇਲੇ ਅਸ਼ਾਂਤ ਰਹਿੰਦਾ ਹੈ, ਕਦੇ ਵੀ ਉਹ ਸੁੱਖ ਨਹੀਂ ਲੈਂਦੇ। ਅਸੀਂ ਆਏ ਹਾਂ ਗੁਰੂ ਸਾਹਿਬ ਜੀ ਦੇ ਦੁਆਰੇ ਇਸੇ ਲਈ। ਹੁਣ ਜਿਹਨੂੰ ਸਮਝ ਆ ਗਈ ਉਹ ਤੇ ਆ ਗਿਆ, ਉਹਨੇ ਆਖਿਆ ਮਹਾਰਾਜ ਜੀ ਮੈਨੂੰ ਤੁਸੀਂ ਸੁੱਖ ਦਿਓ, ਮੈਂ ਮਨ ਦਾ ਸੁੱਖ ਲੈਣ ਲਈ ਆਇਆ ਤੁਹਾਡੇ ਕੋਲ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਏ ਹਮ, ਆ ਚਿੰਤਾ ਲਾ ਦਿਓ ਮੇਰੀ, ਮੈਂ ਤੁਹਾਡੇ ਦਰ ਤੇ ਆਇਆ। ਕਿਉਂਕਿ ਮੈਂ ਮਨ ਹੱਠ ਕਰਕੇ ਵੇਖ ਲਿਆ, ਪਰ ਮੇਰੇ ਅੰਦਰ ਦੀ ਚਿੰਤਾ ਦੂਰ ਨਹੀਂ ਹੋਈ, ਮੇਰੇ ਅੰਦਰ ਦੀਆਂ ਪਰੇਸ਼ਾਨੀਆਂ ਖਤਮ ਨਹੀਂ ਹੋਈਆਂ, ਸਗੋਂ ਮੂਰਖ ਪੁਣੇ ਵਿੱਚ ਇਹ ਪਰੇਸ਼ਾਨੀਆਂ ਹੋਰ ਵੱਧ ਗਈਆਂ, ਦੁੱਖ ਹੋਰ ਵੱਧ ਗਏ।
ਖੁਵਾਰੀ ਹੋਰ ਵੱਧ ਗਈ ਹੈ। ਮਨ ਹਠ ਕਰਮ ਕਮਾਵੰਦੇ ਨਿਤ ਨਿਤ ਹੋਏ ਖੁਵਾਰ, ਅੰਤਰ ਸ਼ਾਂਤ ਨ ਆਵਈ ਨਾ ਸੱਚ ਲੱਗੈ ਪਿਆਰ। ਸੱਚ ਪਰਮੇਸ਼ਵਰ ਦੇ ਨਾਮ ਨਾਲ ਨਾ ਉਹਨਾਂ ਦਾ ਪਿਆਰ ਬਣ ਆਉਂਦਾ ਹੈ ਤੇ ਨਾ ਹੀ ਉਹਨਾਂ ਦੇ ਮਨ ਅੰਦਰ ਕਦੀ ਟਿਕਾ ਬਣਦਾ ਹੈ। ਹਰ ਵੇਲੇ ਉਹ ਖੁਆਰ ਹੁੰਦੇ ਰਹਿੰਦੇ ਆ, ਦੁਖੀ ਰਹਿੰਦੇ ਨੇ, ਹਰ ਵੇਲੇ ਅੰਦਰੋਂ ਉਹਨਾਂ ਦਾ ਮਨ ਅਸ਼ਾਂਤ ਰਹਿੰਦਾ ਹੈ। ਗੁਰ ਮੁਖੀਆ ਮੋਹ ਸੋਹਣੇ, ਗੁਰ ਕੈ ਹੇਤ ਪਿਆਰ, ਸੱਚੀ ਭਗਤੀ ਸੱਚ ਰਤੇ, ਦਰ ਸਚੈ ਸਚਿਆਰ, ਆਏ ਸੇ ਪਰਵਾਣ ਹੈ, ਸਭ ਕੁਲ ਕਾ ਕਰਹਿ ਉਦਾਰ। ਇੱਕ ਉਹ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਗੱਲ ਮੰਨ ਕੇ ਆਪਣਾ ਮਨ ਗੁਰੂ ਨੂੰ ਸਮਰਪਣ ਕਰਕੇ ਗੁਰਮੁਖ ਬਣ ਗਏ। ਇੱਕ ਉਹ ਸੀ ਜਿਹੜੇ ਗੁਰੂ ਸਾਹਿਬ ਨੂੰ ਮਨ ਸਮਰਪਣ ਨਾ ਕਰ ਸਕੇ, ਆਪਣੀ ਮਰਜ਼ੀ ਮਨ ਮਰਜ਼ੀ ਕਰਦੇ ਆਏ ਤੇ ਆਪਣੀ ਮਨ ਮਰਜ਼ੀ ਕਰਦੇ ਚਲੇ ਗਏ। ਬੜੀ ਵਾਰ ਬੇਨਤੀ ਕੀਤੀ ਤੇ ਕਰਦੇ ਰਹਿਣਾ ਕਿ ਸਾਨੂੰ ਕਦੋਂ ਪਤਾ ਲੱਗੇਗਾ ਵੀ ਅਸੀਂ ਗੁਰਦੁਆਰੇ ਆਏ ਹਾਂ। ਜਿਨ੍ਹਾਂ ਨੂੰ ਪਤਾ ਹੈ ਉਹ ਤਾਂ ਗੁਰੂ ਦੇ ਭੈ ਵਿੱਚ ਆਉਂਦੇ ਨੇ ਤੇ ਗੁਰੂ ਸਾਹਿਬ ਦੇ ਭੈ ਵਿੱਚ ਜਾਂਦੇ ਨੇ। ਡਰ ਗੁਰੂ ਸਾਹਿਬ ਦੇ ਸਤਿਕਾਰ ਵਿੱਚ ਆਉਂਦੇ ਨੇ ਤੇ ਗੁਰੂ ਸਾਹਿਬ ਦੇ ਸਤਿਕਾਰ ਵਿੱਚ ਜਾਂਦੇ ਨੇ। ਪਰ ਜਿਹਨੂੰ ਪਤਾ ਹੀ ਕੋਈ ਨਹੀਂ ਹੈ ਉਹ ਤਾਂ ਆਪਣੇ ਹੰਕਾਰ ਵਿੱਚ ਆਉਂਦਾ ਹੈ ਤੇ ਹੰਕਾਰ ਵਿੱਚ ਹੀ ਜਾਂਦਾ ਹੈ। ਉਹ ਵਿਕਾਰ ਨਾਲ ਭਰਿਆ ਆਉਂਦਾ ਹੈ ਤੇ ਵਿਕਾਰ ਲੈ ਕੇ ਹੀ ਜਾਂਦਾ ਹੈ। ਉਹ ਕੁਛ ਨਾ ਸਵਾਰਨ ਆਇਆ ਤੇ ਨਾ ਕੁਝ ਸਵਾਰ ਕੇ ਜਾਂਦਾ ਹੈ। ਜਦੋਂ ਗੁਰੂ ਘਰ ਦੇ ਦਾਇਰੇ ਅੰਦਰ ਅਸੀਂ ਆ ਗਏ ਨਾ ਤੇ ਫਿਰ ਸਾਨੂੰ ਆਪਣਾ ਮਨ ਸਮਰਪਣ ਕਰ ਦੇਣਾ ਚਾਹੀਦਾ ਹੈ। ਉੱਥੇ ਮਨ ਮਰਜ਼ੀ ਜਾਂ ਮਨ ਹੱਠ ਨਹੀਂ। ਕਈ ਵਾਰ ਕਈਆਂ ਨੂੰ ਹੱਥ ਜੋੜ ਕੇ ਸਮਝਾਈਦਾ ਵੀ ਇਹ ਗੁਰੂ ਘਰ ਹੈ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਤੁਸੀਂ ਆਓ, ਬੈਠੋ, ਉਠੋ। ਉਹ ਅੱਗੋਂ ਗਲ ਪੈਂਦੇ ਆ, ਅੱਗੋਂ ਗਲ ਪੈ ਕੇ ਕੌੜੇ ਬੋਲ ਬੋਲਦੇ ਆ। ਉਹ ਉਲਟਾ ਸਮਝਾਉਂਦੇ ਆ ਵੀ ਤੁਹਾਨੂੰ ਨਹੀਂ ਪਤਾ ਇਹ ਗੁਰੂ ਘਰ ਹੈ, ਸਾਨੂੰ ਪਤਾ ਹੈ। ਪਰ ਜੇ ਪਤਾ ਹੈ ਤੇ ਫਿਰ ਮਨ ਹੱਠ ਕਿਉਂ? ਜੇ ਪਤਾ ਹੈ ਫਿਰ ਗੁਰਮਤ ਅਨੁਸਾਰ ਸਾਨੂੰ ਆਉਣਾ ਜਾਣਾ ਚਾਹੀਦਾ, ਫਿਰ ਆਪਣੇ ਮਨ ਹੱਠ ਦੇ ਕਰਕੇ ਨਹੀਂ। ਇਸ ਲਈ ਕਈ ਐਸੇ ਆ ਜਿਹੜੇ ਮੰਨਣ ਨੂੰ ਤਿਆਰ ਨਹੀਂ ਹੁੰਦੇ, ਉਹ ਸਗੋਂ ਉਲਟਾ ਕੌੜੇ ਬੋਲ ਅੱਗੋਂ ਬੋਲਦੇ ਆ, ਫਿੱਕਾ ਬੋਲਦੇ ਨੇ। ਪਰ ਗੁਰੂ ਦੇ ਚਰਨਾਂ ਵਿੱਚ ਜੁੜਨ ਵਾਲਾ ਤੇ ਕਦੇ ਫਿੱਕਾ ਬੋਲਦਾ ਹੀ ਨਹੀਂ, ਕੌੜਾ ਬੋਲਦਾ ਹੀ ਨਹੀਂ। ਖੈਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਗੁਰਮੁਖੀਆਂ ਮੂੰਹ ਸੋਹਣੇ। ਜਿਹੜੇ ਗੁਰਮੁਖ ਹੋ ਗਏ, ਜਿਨ੍ਹਾਂ ਨੇ ਆਪਣਾ ਮੁਖ ਗੁਰੂ ਵੱਲ ਕਰ ਲਿਆ, ਜਿਹੜੇ ਗੁਰੂ ਦੇ ਸਨਮੁਖ ਹੋ ਗਏ, ਉਹਨਾਂ ਦੇ ਤਾਂ ਮੂੰਹ ਸੋਹਣੇ ਹੁੰਦੇ ਨੇ। ਇਹ ਸੁਭਾਵਿਕ ਹੈ, ਕੁਦਰਤੀ ਹੈ ਵੀ ਜਿਹਦੇ ਅੰਦਰ ਬੰਦਗੀ ਹੋਏਗੀ, ਜਿਹਦੇ ਅੰਦਰ ਗੁਰੂ ਦੀ ਬਾਣੀ ਵਸ ਜਾਏਗੀ ਨਾ, ਸੱਚ ਜਾਣਿਓ ਉਹਦਾ ਚਿਹਰਾ ਹੀ ਕੁਝ ਹੋਰ ਬਿਆਨ ਕਰਦਾ ਹੈ। ਉਹਦੇ ਚਿਹਰੇ ਵੱਲ ਵੇਖ ਕੇ ਹੀ ਸਾਨੂੰ ਸਕੂਨ ਮਿਲਦਾ ਵੀ ਇਹਦੇ ਅੰਦਰ ਕਿੰਨੀ ਕੁ ਬੰਦਗੀ ਹੋਏਗੀ। ਜੇ ਜਿਹਦਾ ਚਿਹਰਾ ਵੇਖ ਕੇ ਹੀ ਮਨ ਨੂੰ ਸਕੂਨ ਮਿਲ ਗਿਆ। ਜਿਹੜੇ ਵਾਕਈ ਅੰਦਰੋਂ ਬਾਣੀ ਦੇ ਵਿੱਚ ਲੀਨ ਹੋਏ ਪਏ ਆ, ਜਿਨ੍ਹਾਂ ਅੰਦਰ ਬਾਣੀ ਦਾ ਰੰਗ ਚੜਿਆ ਹੈ, ਉਹਨਾਂ ਦਾ ਤਾਂ ਚਿਹਰਾ ਹੀ ਬੜਾ ਕੁਝ ਬਿਆਨ ਕਰ ਦਿੰਦਾ ਹੈ। ਤੇ ਜਿਨ੍ਹਾਂ ਦੇ ਅੰਦਰ ਬਾਣੀ ਵਸੀ ਕੋਈ ਨਹੀਂ ਹੈ, ਜਿਨ੍ਹਾਂ ਦੇ ਅੰਦਰ ਨਾਮ ਦਾ ਰਸ ਹੀ ਕੋਈ ਨਹੀਂ ਹੈ, ਉਹਦੇ ਮੱਥੇ ਤੇ ਹਰ ਵੇਲੇ ਤਿਉੜੀਆਂ ਰਹਿੰਦੀਆਂ ਨੇ, ਉਹਦੇ ਮੱਥੇ ਹਰ ਵੇਲੇ ਵੱਟ ਪਿਆ ਰਹਿੰਦਾ ਹੈ। ਅੱਖਾਂ ਦੇ ਵਿੱਚ ਨਫ਼ਰਤ ਈਰਖਾ ਭਰੀ ਹੁੰਦੀ ਹੈ, ਜ਼ੁਬਾਨ ਉੱਤੇ ਕੁੜੱਤਨ ਹੁੰਦੀ ਹੈ। ਉਹਨਾਂ ਦੇ ਮੁਖ ਕਿੱਥੋਂ ਸੋਹਣੇ ਹੋ ਜਾਣਗੇ? ਜਿਨ੍ਹਾਂ ਦੇ ਅੰਦਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬਾਣੀ ਅੰਦਰ ਵਸ ਗਈ, ਨਾਮ ਵਸ ਗਿਆ, ਉਹ ਤੇ ਜਦੋਂ ਕਿਸੇ ਵੱਲ ਤੱਕਦੇ ਵੀ ਆ ਨਾ ਤੇ ਦੇਖਣ ਵਾਲੇ ਨੂੰ ਇਦਾਂ ਲੱਗਦਾ ਇਹਦੇ ਅੰਦਰ ਰੱਬ ਵਰਤ ਰਿਹਾ ਹੈ। ਉਹਦਾ ਚਿਹਰਾ ਵੇਖ ਕੇ ਹੀ ਇਦਾਂ ਲੱਗਦਾ ਵੀ ਇਹਦੇ ਅੰਦਰ ਗੁਰੂ ਸਾਹਿਬ ਦੀ ਕਿਰਪਾ ਹੈ। ਤੇ ਜਿਹੜਾ ਕਵੇ ਮੈਂ ਬਾਣੀ ਬੜੀ ਪੜ੍ਹਦਾ ਤੇ ਮੱਥੇ ਹਰ ਵੇਲੇ ਵੱਟ ਪਿਆ ਰਵੇ, ਉਹ ਕਿੱਥੇ ਬਾਣੀ ਪੜ੍ਹਦਾ ਹੈ? ਜਿਹੜਾ ਕਹਿੰਦਾ ਮੈਂ ਹਰ ਵੇਲੇ ਪਾਠ ਬੜਾ ਕਰਦਾ, ਮੈਂ ਇੰਨੇ ਪਾਠ ਦਿਨ ਵਿੱਚ ਕਰ ਲੈਣਾ, ਮੈਂ ਜਪਜੀ ਸਾਹਿਬ ਦੇ ਇੰਨੇ ਪਾਠ, ਸੁਖਮਨੀ ਸਾਹਿਬ ਦੇ ਇੰਨੇ ਪਾਠ ਦਿਨ 'ਚ ਕਰ ਲੈਣਾ,
ਤੇ ਬੋਲਦਾ ਸਾਰੀ ਦਿਹਾੜੀ ਕੌੜਾ ਹੀ ਬੋਲ ਹੈ। ਉਹ ਜਦੋਂ ਵੀ ਅੱਖਾਂ ਦੇ ਨਾਲ ਵੇਖਦਾ ਤੇ ਨਫ਼ਰਤ ਈਰਖਾ ਭਰੀ ਹੁੰਦੀ ਹੈ, ਫਿਰ ਪਾਠ ਗੁਰਬਾਣੀ ਕਿੱਥੋਂ ਪੜ੍ਹਦਾ ਉਹ? ਜਿਹੜਾ ਤੇ ਅੰਦਰ ਮਨ ਕਰਕੇ ਗੁਰਬਾਣੀ ਨਾਲ ਜੁੜਿਆ ਹੈ, ਸੱਚ ਜਾਣਿਓ ਉਹਦਾ ਮੁਖ ਵੀ ਕੁਝ ਹੋਰ ਬਿਆਨ ਕਰਦਾ ਹੈ। ਉਹ ਅੰਦਰੋਂ ਵੀ ਸੋਹਣੇ ਹੁੰਦੇ ਨੇ ਤੇ ਬਾਹਰੋਂ ਵੀ ਸੋਹਣੇ ਹੁੰਦੇ ਆ। ਉਹ ਤਾਂ ਫਿਰ ਕੁਥਰੇ ਵੀ ਸੁਥਰੇ ਬਣ ਜਾਂਦੇ ਨੇ ਜਿਨ੍ਹਾਂ ਦੇ ਅੰਦਰ ਬਾਣੀ ਵਸਦੀ ਹੈ। ਜਿਹੜੇ ਵਾਕਈ ਗੁਰਮੁਖ ਨੇ ਉਹ ਵਾਕਈ ਸੁੰਦਰ ਸੋਹਣੇ ਹੁੰਦੇ ਨੇ। ਸੋਹਣੇ ਦਾ ਅਰਥ ਉਹਨਾਂ ਦੀ ਸੋਚ, ਉਹਨਾਂ ਦੀ ਵਿਚਾਰ, ਉਹਨਾਂ ਦੇ ਖਿਆਲ, ਉਹਨਾਂ ਦੀਆਂ ਆਦਤਾਂ ਸੁੰਦਰ ਹੋ ਜਾਂਦੀਆਂ ਨੇ। ਉਹਨਾਂ ਅੰਦਰ ਕਦੇ ਮਾੜਾ ਫੁਰਨਾ ਨਹੀਂ ਬਣਦਾ, ਕਦੀ ਮਾੜੀ ਸੋਚ ਨਹੀਂ ਹੁੰਦੀ ਉਹਨਾਂ ਅੰਦਰ ਪੈਦਾ। ਉਹ ਸੋਹਣੀ ਵਿਚਾਰ, ਸੋਹਣੇ ਖਿਆਲਾਂ ਵਾਲੇ ਹੋ ਜਾਂਦੇ ਨੇ ਜਿਹੜੇ ਗੁਰਮੁਖ ਹੁੰਦੇ ਨੇ, ਅਸਲ ਵਿੱਚ ਗੁਰਮੁਖ। ਗੁਰਮੁਖੀਆਂ ਮੂੰਹ ਸੋਹਣੇ, ਗੁਰ ਕੈ ਹੇਤ ਪਿਆਰ, ਕਿਉਂਕਿ ਉਹਨਾਂ ਦਾ ਗੁਰੂ ਨਾਲ ਪਿਆਰ ਹੁੰਦਾ ਹੈ। ਆਪਾਂ ਗੁਰੂਦੁਆਰਾ ਸਾਹਿਬ ਆਏ ਆ ਤੇ ਸਾਡਾ ਪਿਆਰ ਕਿਹਦੇ ਨਾਲ ਹੋਣਾ ਚਾਹੀਦਾ ਹੈ? ਗੁਰੂ ਗ੍ਰੰਥ ਸਾਹਿਬ ਜੀ ਨਾਲ। ਸਾਡਾ ਪਿਆਰ ਹੋਣਾ ਚਾਹੀਦਾ ਹੈ ਗੁਰਬਾਣੀ ਦੇ ਨਾਲ। ਤੇ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਹੈ, ਜਿਹੜੇ ਅੰਦਰੋਂ ਗੁਰੂ ਦੇ ਪਿਆਰ ਵਿੱਚ ਰੰਗੇ ਨੇ, ਗੁਰਮੁਖੀਆਂ ਮੂੰਹ ਸੋਹਣੇ, ਉਹਨਾਂ ਦੇ ਮੁਖ ਅਤ ਸੁੰਦਰ ਹੁੰਦੇ ਨੇ। ਸੱਚੀ ਭਗਤੀ ਸੱਚ ਰਤੇ, ਦਰ ਸੱਚੈ ਸਚਿਆਰ। ਉਹਨਾਂ ਅੰਦਰ ਭਗਤੀ ਵੀ ਸੱਚੀ ਹੁੰਦੀ ਹੈ ਔਰ ਉਹ ਸੱਚ ਦੇ ਨਾਮ ਰੰਗ ਵਿੱਚ ਰਤੇ ਹੁੰਦੇ ਨੇ ਔਰ ਉਸ ਮਾਲਕ ਦੇ ਦਰ ਉੱਤੇ ਉਹ ਸਚਿਆਰ ਹੁੰਦੇ ਨੇ। ਆਪਾਂ ਇੱਥੇ ਸਚਿਆਰ ਹੋਣ ਲਈ ਆਏ ਹਾਂ। ਜਦੋਂ ਸਾਨੂੰ ਤੁਹਾਨੂੰ ਸਮਝ ਆਏਗੀ ਤੇ ਅਸੀਂ ਰੋਜ਼ ਕਵਾਂਗੇ, ਮਹਾਰਾਜ ਜੀ ਦੱਸੋ ਸਾਨੂੰ ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜੈ ਟੁੱਟੈ ਪਾਲ, ਕਿਵੇਂ ਸਚਿਆਰ ਹੋਈਏ। ਤੇ ਸਾਹਿਬ ਜੀ ਨੇ ਸਾਰੀ ਬਾਣੀ ਵਿੱਚ, ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਸਾਨੂੰ ਸਚਿਆਰ ਹੋਣ ਦਾ ਹੀ ਗੁਣ ਦਿੱਤਾ ਹੈ। ਕੇਵਲ ਇਹ ਨਹੀਂ ਕਿ ਉਹਦੇ ਹੁਕਮ ਅਨੁਸਾਰ ਚੱਲਣਾ, ਪੂਰੀ ਬਾਣੀ ਜਪਜੀ ਸਾਹਿਬ ਦੀ ਪੜੋ, ਇੱਕ ਇੱਕ ਪੌੜੀ ਸਾਨੂੰ ਸਚਿਆਰ ਕਰਦੀ ਹੈ। ਕਿਮ ਸਚਿਆਰਾ ਹੋਈ ਹੈ, ਕਿਮ ਕੂੜਾ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਬਸ ਇੱਥੇ ਹੀ ਨਹੀਂ, ਪੂਰੀ ਬਾਣੀ ਜਪਜੀ ਸਾਹਿਬ ਦੀ ਸਾਨੂੰ ਸਚਿਆਰ ਕਰਨ ਵਾਸਤੇ ਹੈ। ਸਾਹਿਬ ਜੀ ਕਹਿੰਦੇ ਤੂੰ ਵੱਡੇ ਦੀਆਂ ਵਡਿਆਈਆਂ ਆਪਣੇ ਮੁਖ ਤੋਂ ਕਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ, ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ, ਨਾਨਕ ਇਹ ਵਹਿ ਜਾਣੀਐ ਸਭ ਆਪੇ ਸਚਿਆਰ। ਇਸ ਤਰ੍ਹਾਂ ਕਰਕੇ ਜਦੋਂ ਤੂੰ ਆਪਣੇ ਆਪ ਨੂੰ ਢਾਲ ਲਏਗਾ ਫਿਰ ਤੂੰ ਸਚਿਆਰ ਹੋ ਜਾਏਗਾ। ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਮੁਖ ਸੋਹਣੇ ਨੇ, ਗੁਰੂ ਨਾਲ ਪਿਆਰ ਹੈ, ਉਹਨਾਂ ਅੰਦਰ ਭਗਤੀ ਵੀ ਸੱਚੀ ਹੁੰਦੀ ਹੈ ਔਰ ਉਹ ਸੱਚ ਨਾਮ ਵਿੱਚ ਰਤੇ ਹੁੰਦੇ ਨੇ ਤੇ ਮਾਲਕ ਦੇ ਦਰ ਉੱਤੇ ਉਹ ਸਚਿਆਰ ਹੁੰਦੇ ਨੇ। ਉਹਨਾਂ ਦਾ ਆਚਰਣ ਸੱਚਾ ਹੋ ਜਾਂਦਾ ਹੈ। ਉਹ ਆਚਰਣ ਕਰਕੇ ਸੱਚੇ ਹੋ ਜਾਂਦੇ ਨੇ, ਸੁੱਚੇ ਹੋ ਜਾਂਦੇ ਨੇ। ਆਏ ਸੇ ਪਰਵਾਨ ਹੈ, ਉਹਨਾਂ ਦਾ ਆਇਆ ਪਰਵਾਨ ਹੋ ਗਿਆ। ਗੁਰੂ ਸਾਹਿਬ ਜੀ ਦੇ ਦਰ ਤੇ ਆਇਆ ਵੀ ਪਰਵਾਨ। ਧਿਆਨ ਰੱਖਿਓ, ਜਿਸ ਦਿਨ ਅਸੀਂ ਤੁਸੀਂ, ਕਿਉਂਕਿ ਆਪਾਂ ਸਾਰੇ ਹੀ ਗੁਰੂ ਸਾਹਿਬ ਕੋਲ ਬਖਸ਼ਿਸ਼ ਲੈਣ ਲਈ ਆਏ ਆ, ਜਿਸ ਦਿਨ ਅਸੀਂ ਤੁਸੀਂ ਸਾਰੇ ਹੀ ਸਚਿਆਰ ਹੋ ਜਾਾਂਗੇ ਉਸ ਦਿਨ ਸਾਡਾ ਆਇਆ ਪਰਵਾਨ ਹੈ। ਤੇ ਜੇ ਹਜੇ ਵੀ ਕੁੜਿਆਰ ਹੀ ਅੰਦਰੋਂ ਤੁਰੇ ਫਿਰਦੇ ਆ ਫਿਰ ਹਜੇ ਪਰਵਾਨ ਨਹੀਂ ਹੋਏ। ਇੱਕ ਦਿਨ ਬੇਨਤੀ ਕੀਤੀ ਸੀ, ਸਾਨੂੰ ਇਹ ਲੱਗਦਾ ਵੀ ਅਸੀਂ ਗੁਰੂ ਚਰਨਾਂ ਵਿੱਚ ਜੁੜੇ ਹਾਂ, ਜੁੜਦੇ ਹਾਂ, ਪਰ ਇਹ ਫੈਸਲਾ ਗੁਰੂ ਸਾਹਿਬ ਤੇ ਛੱਡ ਦਈਏ। ਮਹਾਰਾਜ ਕਹਿੰਦੇ ਜਿਹੜਾ ਤਾਂ ਗੁਰੂ ਚਰਨਾਂ ਵਿੱਚ ਜੁੜਿਆ ਉਹਦੀ ਤੇ ਸੋਚ ਹੀ ਹੋਰ ਹੁੰਦੀ ਹੈ, ਉਹਦੀ ਵਿਚਾਰ ਹੀ ਹੋਰ ਹੁੰਦੀ ਹੈ। ਅਸੀਂ ਆਪਣੇ ਵੱਲੋਂ ਰੋਜ਼ ਆਉਣਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜਨ ਲਈ, ਪਰ ਜੋੜਨਾ ਗੁਰੂ ਸਾਹਿਬ ਨੇ ਹੈ। ਵੀ ਮੈਂ ਕਿਹਨੂੰ ਕਿਹਨੂੰ ਜੋੜਨਾ ਹੈ, ਕਿਹੜੇ ਕਿਹੜੇ ਸਚਿਆਰ ਹੋ ਗਏ ਨੇ, ਕਿਹੜੇ ਕਿਹੜੇ ਸੱਚ ਦੇ ਰਾਹ ਉੱਤੇ ਤੁਰਨ ਲੱਗ ਪਏ ਨੇ। ਫਿਰ ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਐ ਤਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ। ਆ ਜੀਵਨ ਬਣ ਜਾਏਗਾ। ਇਸ ਲਈ ਸਾਹਿਬ ਜੀ ਨੇ ਆਖਿਆ, ਗੁਰੂ ਅਮਰਦਾਸ ਪਾਤਸ਼ਾਹ ਨੇ, ਕਿ ਉਹ ਸੱਚੀ ਭਗਤੀ ਵਾਲੇ ਹੁੰਦੇ ਨੇ, ਸੱਚ ਰੰਗ ਵਿੱਚ ਰਤੇ ਹੁੰਦੇ ਨੇ, ਉਹ ਸਚਿਆਰ ਹੁੰਦੇ ਨੇ,
ਫਿਰ ਆਏ ਸੇ ਪਰਵਾਨ ਹੈ, ਉਹਨਾਂ ਦਾ ਆਇਆ ਪਰਵਾਨ ਹੋ ਗਿਆ। ਤੇ ਜਿਨ੍ਹਾਂ ਦਾ ਆਇਆ ਪਰਵਾਨ ਹੋ ਗਿਆ, ਸਭ ਕੁੱਲ ਕਾ ਕਰਹਿ ਉਧਾਰ। ਉਹ ਆਪ ਵੀ ਤਰਦੇ ਆ, ਆਪਣੀ ਕੁੱਲ ਨੂੰ ਵੀ ਤਾਰਦੇ ਆ। ਕੁੱਲ ਦਾ ਦੋ ਅਰਥ ਨੇ, ਇੱਕ ਜਿਸ ਕੁੱਲ ਵਿੱਚ ਅਸੀਂ ਆਏ ਆ, ਔਰ ਇੱਕ ਆ ਜਿਹੜਾ ਸਾਡਾ ਜੀਵਨ ਹੈ, ਮਨੁੱਖਾ ਜਨਮ, ਇਹ ਵੀ ਇੱਕ ਕੁੱਲ ਹੈ। ਇਹਦੇ ਵਿੱਚ ਕੀ ਹੈ? ਗਿਆਨ ਇੰਦਰੇ ਨੇ, ਕਰਮ ਇੰਦਰੇ ਹੈ, ਸੁਰਤ ਹੈ, ਮਤ ਹੈ, ਮਨ ਹੈ, ਬੁੱਧ ਹੈ। ਇਹ ਸਾਰਿਆਂ ਨੂੰ ਮਿਲਾਓ ਤੇ ਇੱਕ ਕੁੱਲ ਬਣ ਜਾਂਦੀ ਹੈ। ਇਹ ਸਾਰਿਆਂ ਦਾ ਉਧਾਰ ਹੋ ਜਾਂਦਾ ਹੈ। ਸੁਰਤ ਕਰਕੇ ਵੀ, ਮਤ ਕਰਕੇ ਵੀ, ਮਨ ਕਰਕੇ ਵੀ, ਬੁੱਧ ਕਰਕੇ ਵੀ, ਕਰਮ ਇੰਦਰੀਆਂ ਕਰਕੇ ਵੀ, ਗਿਆਨ ਇੰਦਰੀਆਂ ਕਰਕੇ ਵੀ, ਪੂਰੀ ਦੀ ਪੂਰੀ ਕੁੱਲ ਦਾ ਉਧਾਰ ਹੋ ਜਾਂਦਾ ਹੈ। ਉਹ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦਾ ਆਇਆ ਪ੍ਰਵਾਨ ਹੋ ਗਿਆ, ਉਹ ਆਪ ਵੀ ਤਰਦੇ ਨੇ ਤੇ ਹੋਰਾਂ ਨੂੰ ਵੀ ਤਾਰਦੇ ਨੇ। ਬਹੁਤ ਐਸੇ ਪਰਿਵਾਰ ਨੇ ਜਿਹੜੇ ਤੁਹਾਨੂੰ ਵੀ ਮਿਲਦੇ ਆ, ਸਾਨੂੰ ਵੀ ਮਿਲਦੇ ਆ, ਜਿਸ ਪਰਿਵਾਰ ਦੇ ਵਿੱਚ ਕਦੇ ਪਰਮੇਸ਼ਵਰ ਦੇ ਨਾਮ ਦੀ ਬੰਦਗੀ ਨਹੀਂ ਹੋਈ। ਪੂਰੇ ਦਾ ਪੂਰਾ ਪਰਿਵਾਰ ਹੀ ਪਰਮਾਤਮਾ ਦੇ ਨਾਮ ਤੋਂ ਵਾਂਝਾ ਸੀ, ਪਰ ਉਸ ਪਰਿਵਾਰ ਦੇ ਜੀਵ ਵਿੱਚ ਇੱਕ ਨੂੰ ਨਾਮ ਦਾ ਰੰਗ ਲੱਗ ਗਿਆ, ਇੱਕ ਨੂੰ ਪਰਮੇਸ਼ਵਰ ਦੇ ਨਾਮ ਦਾ ਰੰਗ ਲੱਗਾ। ਉਹ ਐਸਾ ਲੱਗਾ ਉਹਨੇ ਪੂਰੇ ਪਰਿਵਾਰ ਨੂੰ ਹੀ ਨਾਮ ਦੇ ਰੰਗ ਵਿੱਚ ਰੰਗ ਦਿੱਤਾ। ਉਹ ਆਪ ਵੀ ਤਰਿਆ, ਉਹਨੇ ਆਪਣਾ ਪਰਿਵਾਰ ਵੀ ਤਰ ਦਿੱਤਾ। ਬਹੁਤ ਐਸੇ ਪਰਿਵਾਰ ਨੇ ਇਸ ਅਸਥਾਨ ਤੇ ਵੀ, ਉਹ ਤੁਹਾਨੂੰ ਮਿਲ ਜਾਣਗੇ। ਐਸੇ ਐਸੇ ਇਸ ਘਰ ਵਿੱਚ, ਦਰਬਾਰ ਵਿੱਚ ਆਏ ਨੇ ਪ੍ਰਾਣੀ, ਜਿਨ੍ਹਾਂ ਦਾ ਪੂਰੇ ਦਾ ਪੂਰਾ ਪਰਿਵਾਰ ਨਾ ਬਾਣੀ ਨੂੰ ਸਮਝਦਾ ਸੀ ਤੇ ਨਾ ਉਹਨਾਂ ਨੂੰ ਬਾਣੀ ਦੀ ਸਮਝ ਸੀ। ਪਰ ਇੱਕ ਐਸਾ ਆਇਆ ਜਿਹਨੇ ਆ ਕੇ ਗੁਰਬਾਣੀ ਨੂੰ ਸਮਝਿਆ, ਫਿਰ ਸਮਾਂ ਆ ਕੇ ਬਾਣੀ ਦੇ ਰੰਗ ਵਿੱਚ ਰੰਗਿਆ ਗਿਆ। ਉਹਨੇ ਪੂਰੇ ਦੇ ਪੂਰੇ ਪਰਿਵਾਰ ਨੂੰ ਹੀ ਬਾਣੀ ਦੇ ਰੰਗ ਵਿੱਚ ਰੰਗ ਦਿੱਤਾ। ਇੱਕ ਐਸਾ ਪ੍ਰਾਣੀ ਸਾਨੂੰ ਮਿਲਦਾ ਹੈ ਜਿਹੜਾ ਆਪ ਜੁੜਿਆ ਸੀ, ਉਹਨੇ ਫਿਰ ਕੋਸ਼ਿਸ਼ ਕੀਤੀ ਆਪਣੇ ਭੈਣ ਭਰਾਵਾਂ ਨੂੰ ਵੀ ਬਾਣੀ ਨਾਲ ਜੋੜ ਦਿੱਤਾ, ਆਪਣੇ ਮਾਂ-ਬਾਪ ਨੂੰ ਵੀ ਜੋੜ ਦਿੱਤਾ। ਹਾਲਾਂਕਿ ਸੰਘਰਸ਼ ਕਰਨਾ ਪਿਆ ਉਹਨੂੰ, ਵਿਰੋਧ ਵੀ ਬੜਾ ਹੋਇਆ, ਪਰ ਉਹਨੇ ਆਖਿਆ ਕੋਈ ਨਹੀਂ, ਜੋ ਮੈਂ ਸਮਝਿਆ ਉਹ ਦੂਜਿਆਂ ਨੂੰ ਸਮਝਾਉਣਾ ਹੈ। ਉਹ ਆਪ ਵੀ ਜੁੜ ਗਿਆ, ਪੂਰੇ ਪਰਿਵਾਰ ਨੂੰ ਵੀ ਜੋੜ ਦਿੱਤਾ। ਪਰ ਕਈ ਐਸੇ ਵੀ ਹੁੰਦੇ ਆ ਜਿਹੜੇ ਆਪ ਵੀ ਗੁਰੂ ਘਰ ਨਾਲੋਂ ਸਾਂਝ ਤੋੜਦੇ ਆ ਤੇ ਪੂਰੇ ਪਰਿਵਾਰ ਨੂੰ ਵੀ ਤੋੜ ਦਿੰਦੇ ਆ। ਆਪ ਇੱਕ ਜਣਾ ਟੁੱਟਦਾ ਹੈ ਤੇ ਪੂਰੇ ਦੇ ਪੂਰੇ ਸੰਗੀ ਸਾਥੀਆਂ ਨੂੰ ਵੀ ਨਾਲ ਤੋੜ ਕੇ ਲੈ ਜਾਂਦਾ ਹੈ। ਤਾਂ ਹੀ ਤੇ ਆਖਿਆ ਸੀ, ਧਿਆਨ ਰੱਖਿਓ, ਕਿਸੇ ਦੂਜੇ ਮਗਰ ਲੱਗ ਕੇ ਆਪਣੇ ਪੈਰ ਤੇ ਕੁਹਾੜਾ ਨਾ ਮਾਰੋ। ਕਸੂਰ ਕਿਸੇ ਦਾ ਨਹੀਂ, ਆਪਣਾ ਹੀ ਨਿਕਲਣਾ। ਫਿਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ, ਸਾਥ ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹਾਥ। ਇਸ ਲਈ ਆਪਣੇ ਹੱਥੀਂ ਕੁਹਾੜਾ ਮਾਰਾਂਗੇ, ਦੋਸ਼ ਕਿਹਨੂੰ ਦੇਾਂਗੇ? ਦੋਸ਼ ਤਾਂ ਆਪਣੇ ਤੇ ਹੀ ਆਏਗਾ। ਗੁਰੂ ਸਾਹਿਬ ਕਹਿੰਦੇ ਉਹ ਗੁਰਮੁਖ ਜਿਨ੍ਹਾਂ ਨੇ ਗੁਰੂ ਦੇ ਮੁਤਾਬਕ ਗੁਰੂ ਚਰਨਾਂ ਨਾਲ ਪਿਆਰ ਪਾ ਕੇ ਅੰਦਰ ਸੱਚੀ ਭਗਤੀ ਦਾ ਰੰਗ ਲਾ ਲਿਆ, ਸਚਿਆਰ ਹੋ ਗਏ, ਉਹ ਉਹਨਾਂ ਦਾ ਆਉਣਾ ਪ੍ਰਵਾਨ ਹੋ ਗਿਆ। ਆਪ ਵੀ ਤਰ ਗਏ ਤੇ ਪੂਰੀ ਕੁੱਲ ਦਾ ਵੀ ਉਹ ਉਧਾਰ ਕਰਦੇ ਹਨ। ਸਭ ਨਦਰੀ ਕਰਮ ਕਮਾਵਦੇ, ਨਦਰੀ ਬਾਹਰ ਨਾ ਕੋਏ। ਜੈਸੀ ਨਦਰ ਕਰ ਦੇਖੈ ਸੱਚਾ, ਤੈਸਾ ਹੀ ਕੋ ਹੋਏ। ਨਾਨਕ ਨਾਮ ਵਡਾਈਆ, ਕਰਮ ਪ੍ਰਾਪਤ ਹੋਏ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇੱਕ ਗੱਲ ਤਾਂ ਸਮਝ ਕੇ ਚੱਲੀਏ ਕਿ ਸਾਰੀ ਦੁਨੀਆ ਪੂਰੀ ਦੀ ਪੂਰੀ ਲੋਕਾਈ ਉਹਦੀ ਨਜ਼ਰ ਦੇ ਹੇਠ ਹੈ, ਉਹਦੀ ਨਜ਼ਰ ਵਿੱਚ ਹੈ। ਕੋਈ ਵੀ ਉਹਦੀ ਨਜ਼ਰ ਤੋਂ ਬਾਹਰ ਨਹੀਂ। ਕੋਈ ਮਾੜਾ ਕੰਮ ਕਰ ਰਿਹਾ ਤੇ ਭਾਵੇਂ ਕੋਈ ਚੰਗਾ ਕਰ ਰਿਹਾ, ਕੋਈ ਕੁੜਿਆਰ ਹੈ ਤੇ ਭਾਵੇਂ ਕੋਈ ਸਚਿਆਰ ਹੈ, ਸਾਰੇ ਹੀ ਉਹਦੀ ਨਜ਼ਰ ਵਿੱਚ ਨੇ। ਕੋਈ ਉਹਦੀ ਨਜ਼ਰ ਤੋਂ ਬਾਹਰ ਨਹੀਂ ਹੈ। ਜੇ ਉਹਦੀ ਨਜ਼ਰ ਤੋਂ ਕੋਈ ਬਾਹਰ ਨਹੀਂ, ਤਾਂ ਹੀ ਤਾਂ ਹਰ ਇੱਕ ਨੂੰ ਕੀਤੇ ਹੋਏ ਕਰਮ ਅਨੁਸਾਰ ਫਲ ਮਿਲ ਰਿਹਾ ਹੈ, ਕਿਉਂਕਿ ਉਹ ਸਾਰਿਆਂ ਤੇ ਨਜ਼ਰ ਰੱਖੀ ਬੈਠਾ ਹੈ। ਉਹ ਵੱਖਰੀ ਗੱਲ ਕਿ ਅਸੀਂ ਉਹਨੂੰ ਨਹੀਂ ਵੇਖ ਪਾ ਰਹੇ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਸਾਨੂੰ ਨਹੀਂ ਵੇਖਦਾ। ਜੇ ਅਸੀਂ ਉਹਨੂੰ ਨਹੀਂ ਵੇਖ ਪਾ ਰਹੇ ਹਾਂ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਸਾਨੂੰ ਨਹੀਂ ਵੇਖ ਰਿਹਾ ਹੈ। ਉਹ ਵੇਖੈ,
ਓਨਾ ਨਦਰ ਨਾ ਆਵੈ। ਉਹ ਵੇਖ ਰਿਹਾ, ਅਸੀਂ ਕਿਤੇ ਲੁਕ ਛੁਪ ਕੇ ਵੀ ਕੋਈ ਕਰਮ ਕਰ ਲਾਂਗੇ ਨਾ ਤੇ ਤਾਂ ਵੀ ਉਹਦੀ ਨਜ਼ਰ ਸਾਡੇ ਤੇ ਹੈ। ਲੂਕ ਕਰਤ ਬਿਕਾਰ ਬਿਖੜੇ, ਪ੍ਰਭ ਨਿਰਹੂ ਤੇ ਨੇਰਿਆ। ਹੁਣ ਜਿਹੜੇ ਅਸੀਂ ਕਰਮ ਕਿੱਥੇ ਬਣਨਾ ਹੈ? ਕਰਮ ਬਣਨਾ ਮਨ ਦੇ ਰਾਹੀਂ, ਤੇ ਮਨ ਸਾਡਾ ਦਿਮਾਗ ਵਿੱਚ ਹੈ। ਜੋ ਅੰਦਰ ਅਸੀਂ ਪਲੈਨਿੰਗ ਕਰ ਰਹੇ ਹਾਂ, ਦਿਮਾਗ ਵਿੱਚ ਸੋਚ ਰਹੇ ਹਾਂ, ਜੋ ਅਸੀਂ ਅੰਦਰ ਜਿਹੜਾ ਮਨ ਦੇ ਫੁਰਨੇ ਰਾਹੀਂ ਕਰਮ ਨੂੰ ਅੰਜਾਮ ਦੇ ਰਹੇ ਹਾਂ, ਉਹ ਸਾਰਾ ਕੁਝ ਅੰਦਰ ਦੀ ਖਬਰ ਰੱਖਦਾ ਹੈ, ਕਿਉਂਕਿ ਉਹਦੀ ਨਜ਼ਰ ਹਰ ਇੱਕ ਦੇ ਉੱਪਰ ਹੈ, ਮਾੜੇ ਤੇ ਵੀ ਹੈ ਤੇ ਚੰਗੇ ਤੇ ਵੀ ਹੈ। ਇਸ ਲਈ ਉਹਦਾ ਫੈਸਲਾ ਕਦੇ ਗਲਤ ਨਹੀਂ ਹੁੰਦਾ। ਉਹ ਇਹ ਨਹੀਂ ਕਹਿੰਦਾ ਵੀ ਕੋਈ ਵਕੀਲ ਲਿਆਓ ਜਿਹੜਾ ਦਲੀਲ ਦੇ ਕੇ ਦੱਸੇ ਵੀ ਇਹਨੇ ਆਹ ਕੰਮ ਕੀਤਾ ਹੈ ਕਿ ਨਹੀਂ ਕੀਤਾ। ਉਹਨੂੰ ਕਿਸੇ ਵਕੀਲ ਦੀ ਲੋੜ ਨਹੀਂ, ਦਲੀਲ ਦੀ ਲੋੜ ਨਹੀਂ ਹੈ, ਕਿਉਂਕਿ ਸਾਰਿਆਂ ਉੱਤੇ ਉਸ ਮਾਲਕ ਦੀ ਨਜ਼ਰ ਹੈ। ਉਹ ਬੇਅੰਤ ਹੈ ਨਾ, ਉਹਦਾ ਅੰਤ ਕੋਈ ਨਹੀਂ। ਇਸ ਲਈ ਉਹਦੀ ਨਜ਼ਰ ਵਿੱਚ ਸਾਰਾ ਸੰਸਾਰ ਹੈ, ਤੇ ਜਿੱਦਾਂ ਦਾ ਕੋਈ ਕਰਮ ਕਰਦਾ, ਜਿਸ ਤਰ੍ਹਾਂ ਦੀ ਕੋਈ ਸੋਚ ਰੱਖਦਾ, ਉਸੇ ਤਰ੍ਹਾਂ ਦਾ ਉਹ ਫਲ ਪਾ ਲੈਂਦਾ ਹੈ। ਸਭ ਨਦਰੀ ਕਰਮ ਕਮਾਵੰਦੇ, ਨਦਰੀ ਉਹਦੀ ਨਜ਼ਰ ਵਿੱਚ ਸਾਰੇ ਹੀ ਕਰਮ ਕਮਾ ਰਹੇ ਨੇ। ਨਦਰੀ ਬਾਹਰ ਨ ਕੋਏ, ਉਹਦੀ ਨਜ਼ਰ ਤੋਂ ਬਾਹਰ ਕੋਈ ਵੀ ਨਹੀਂ ਹੈ। ਜੈਸੀ ਨਦਰ ਕਰ ਦੇਖੈ ਸੱਚਾ, ਤੈਸਾ ਹੀ ਕੋ ਹੋਏ। ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜਿੱਦਾਂ ਦੀ ਕਿਸੇ ਵੱਲ ਨਜ਼ਰ ਕਰਕੇ ਵੇਖਦਾ ਹੈ, ਵੈਸਾ ਉਹਦਾ ਕਰਮ ਵੇਖ ਕੇ ਵੈਸਾ ਫਲ ਉਹਦੀ ਝੋਲੀ ਵਿੱਚ ਪਾ ਦਿੰਦਾ ਹੈ। ਹੁਣ ਧਿਆਨ ਰੱਖਿਓ, ਮਾਲਕ ਜੀ ਨੇ 2 ਬਚਨ ਬਾਣੀ ਵਿੱਚ ਬਖਸ਼ਿਆ। ਕਹਿੰਦੇ ਵੀ ਜੇ ਤਾਂ ਉਹ ਨਜ਼ਰ ਕਿਸੇ ਦੇ ਉੱਤੇ ਕਰੇ, ਆਪਣੀ ਰਹਿਮਤ ਭਰੀ ਨਜ਼ਰ ਕਰੇ, ਫਿਰ ਤਾਂ ਉਹ ਇੱਕ ਨਿੱਕੇ ਜਿਹੇ ਕੀੜੇ ਨੂੰ ਵੀ ਚੁੱਕ ਕੇ ਬਾਦਸ਼ਾਹ ਰਾਜਾ ਮਹਾਰਾਜਾ ਬਣਾ ਦਿੰਦਾ ਹੈ। ਤੇ ਜੇ ਉਹ ਕਿਤੇ ਨਜ਼ਰ ਉਹ ਪੱਠੀ ਕਰ ਦੇਵੇ ਨਾ, ਤੇ ਫਿਰ ਉਹ ਵੱਡੇ ਤੋਂ ਵੱਡੇ ਰਾਜੇ ਨੂੰ ਵੀ ਚੁੱਕ ਕੇ ਇੱਕ ਨਿੱਕੇ ਜਿਹੇ ਕੀੜੇ ਦੀ ਹਸਤੀ ਤੱਕ ਲੈ ਆਉਂਦਾ ਹੈ। ਨਜ਼ਰ ਉਹ ਪੱਠੀ ਜੇ ਕਰੇ ਸੁਲਤਾਨਾ, ਘਾਓ ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ। ਪਰ ਇੱਕ ਪਾਸੇ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ, ਸਵਾ ਇਹ ਵੀ ਤੇ ਉਹਦੀ ਨਜ਼ਰ ਵਿੱਚ ਹੀ ਹੈ। ਇਸ ਲਈ ਇਹ ਦੁੱਖ ਔਰ ਭੁੱਖ ਦੀ ਮਾਰ ਵੀ ਉਹਦੀ ਨਜ਼ਰ ਦੇ ਵਿੱਚ ਹੈ, ਕਿ ਜਿਹੜੇ ਉਹਨੂੰ ਵਿਸਾਰ ਕੇ ਖੁਆਰ ਹੋ ਰਹੇ, ਮਾੜੇ ਕਰਮ ਕਰ ਰਹੇ ਆ, ਉਹਨਾਂ ਨੂੰ ਦੁੱਖ ਤੇ ਭੁੱਖ ਦੀ ਮਾਰ ਪੈਂਦੀ ਹੈ ਤਾਂ ਕਿ ਸੁਧਰ ਜਾਣ ਉਹ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਸੱਚ ਹੈ ਕਿ ਜੈਸੀ ਨਦਰ ਕਰ ਦੇਖੈ ਸੱਚਾ, ਤੈਸਾ ਹੀ ਕੋ ਹੋਏ। ਜਿੱਦਾਂ ਦੇ ਕਰਮ ਅਸੀਂ ਕਰਾਂਗੇ, ਉਹਦੀ ਨਜ਼ਰ ਸਾਰਿਆਂ ਤੇ ਹੈ, ਤੇ ਜਿੱਦਾਂ ਦੀ ਉਹ ਨਜ਼ਰ ਸਾਡੇ ਤੇ ਪਾਵੇਗਾ, ਫਿਰ ਵੈਸਾ ਹੀ ਜੀਵਨ ਸਾਡਾ ਬਣ ਜਾਏਗਾ। ਇਸ ਲਈ ਨਾਨਕ ਗੁਰੂ ਅਮਰਦਾਸ ਮਹਾਰਾਜ, ਨਾਮ ਵਡਾਈਆਂ ਕਰਮ ਪ੍ਰਾਪਤ ਹੋਏ। ਆ ਨਾਮ ਦੀਆਂ ਵਿੱਚ ਬੜੀਆਂ ਵਡਿਆਈਆਂ ਨੇ, ਬਖਸ਼ਿਸ਼ਾਂ ਨੇ, ਪਰ ਇਹ ਨਾਮ ਵੀ ਉਹਦੀ ਬਖਸ਼ਿਸ਼ ਨਾਲ ਮਿਲਣਾ ਹੈ। ਕਰਮ ਦੇ ਮਾਂ ਅੱਖਰ ਨੂੰ ਸਿਹਾਰੀ, ਬਖਸ਼ਿਸ਼ ਦੁਆਰਾ। ਇਹ ਨਾਮ ਵੀ ਉਹਦੀ ਬਖਸ਼ਿਸ਼ ਨਾਲ ਮਿਲਣਾ ਹੈ। ਸਾਡੇ ਮਨ ਹੱਠ ਤੇ ਮਨ ਮਰਜ਼ੀਆਂ ਨਾਲ ਨਹੀਂ ਮਿਲਣਾ, ਇਹ ਉਹਦੀ ਕਿਰਪਾ ਤੇ ਰਹਿਮਤ ਨਾਲ ਮਿਲਣਾ ਹੈ। ਇਸ ਲਈ ਕੀ ਕਰੀਏ? ਸਾਹਿਬ ਜੀ ਕਹਿੰਦੇ, ਮਨ ਰੇ ਗੁਰ ਕੀ ਕਾਰ ਕਮਾਏ। ਜੇ ਅਸੀਂ ਨਾਮ ਦੀਆਂ ਬਖਸ਼ਿਸ਼ਾਂ ਲੈਣੀਆਂ ਤਾਂ ਸਾਨੂੰ ਗੁਰੂ ਸਾਹਿਬ ਜੀ ਦੇ ਦੱਸੇ ਅਨੁਸਾਰ ਉਹ ਕਰਮ ਕਰਨਾ ਪਏਗਾ। ਤੇ ਗੁਰ ਕੈ ਭਾਣੈ ਜੇ ਚੱਲੈ, ਜੇ ਗੁਰੂ ਸਾਹਿਬ ਦੇ ਭਾਣੇ ਵਿੱਚ ਚੱਲਾਂਗੇ ਤਾਂ ਅਨ ਦਿਨ ਰਾਚੈ ਹਰ ਨਾਏ। ਇੱਕ ਪੂਰਾ ਭਾਵ ਹੈ ਸ਼ਬਦ ਦਾ, ਕੇਂਦਰੀ ਭਾਵ, ਕਿ ਫਿਰ ਜਾ ਕੇ ਇਹ ਨਾਮ ਦੀ ਰੰਗਤ ਸਾਡੇ ਤੇ ਆਉਣੀ ਹੈ। ਜਦੋਂ ਅਸੀਂ ਗੁਰੂ ਦਰ ਤੇ ਆਈਏ, ਆਪਣੇ ਮਨ ਦਾ ਹੱਠ ਛੱਡ ਕੇ, ਮਨ ਮਰਜ਼ੀਆਂ ਆਪਣੀਆਂ ਛੱਡ ਕੇ ਗੁਰੂ ਸਾਹਿਬ ਜੀ ਦੀ ਮੱਤ ਅਨੁਸਾਰ ਚੱਲਣ ਦਾ ਯਤਨ ਕਰਾਂਗੇ, ਫਿਰ ਕਦੇ ਵੀ ਸੁੱਕਾਂਗੇ ਨਹੀਂ, ਕਦੇ ਵੀ ਅੰਦਰੋਂ ਈਰਖਾ ਨਫ਼ਰਤ ਦੀ ਅੱਗ ਵਿੱਚ ਸੜਾਂਗੇ ਨਹੀਂ। ਫਿਰ ਸਾਡਾ ਜੀਵਨ ਗੁਰਮੁਖ ਬ੍ਰਹਮ ਹਰਿਆਵਲਾ, ਸਾਚੈ ਸਹਿਜ ਸੁਭਾਏ। ਸ਼ਾਖਾ ਤੀਨ ਨਿਵਾਰੀਆ, ਏਕ ਸ਼ਬਦ ਲਿਵ ਲਾਏ। ਅੰਮ੍ਰਿਤ ਫਲ ਹਰ ਏਕ ਹੈ, ਆਪੇ ਦੇ ਖਵਾਏ। ਆ ਜੀਵਨ ਫਿਰ ਸਾਡਾ ਬਣ ਜਾਏਗਾ। ਅਰਦਾਸ ਕਰੀਏ ਗੁਰੂ ਸਾਹਿਬ ਦੇ ਦਰ ਤੇ ਆ ਕੇ ਕਿ ਵਾਹਿਗੁਰੂ ਜੀ, ਆ ਸਾਡੀ ਝੋਲੀ ਵਿੱਚ ਨਾਮ ਦੀ ਵਡਿਆਈ ਪਾ ਦਿਓ, ਤਾਂ ਕਿ ਅਸੀਂ ਦਿਨ ਰਾਤ ਨਾਮ ਦੀ ਰੰਗਤ ਵਿੱਚ ਰੰਗੇ ਹੋਏ
ਕੁੜਿਆਰ ਤੋਂ ਸਚਿਆਰ ਵਾਲਾ ਜੀਵਨ ਬਣਾ ਕੇ ਸਫਲ ਕਰ ਸਕੀਏ, ਐਸੀ ਬਖਸ਼ਿਸ਼ ਸਾਡੇ ਤੇ ਕਰੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਇਹ ਅਰਦਾਸ ਕਰੀਏ ਤਾਂ ਕਿ ਗੁਰੂ ਸਾਹਿਬ ਜੀ ਦੀ ਰਹਿਮਤ ਵਰਤੇ। ਸਵਾਸ ਸਵਾਸ ਪਰਮੇਸ਼ਵਰ ਦੇ ਨਾਮ ਦੀ ਰੰਗਤ ਲੈ ਕੇ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣਾ ਸਕੀਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਕੇ ਅੱਗੇ ਤੋਂ ਮਿਹਰ ਦਾ ਹੱਥ ਰੱਖਣ। ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਖੁਸ਼ਹਾਲੀ ਵਾਲਾ ਜੀਵਨ ਬਖਸ਼ਣ। ਗੁਰੂ ਅਮਰਦਾਸ ਪਾਤਸ਼ਾਹ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਸਭ ਨਦਰੀ ਕਰਮ ਕਮਾਵਦੇ, ਨਦਰੀ ਬਾਹਰ ਨਾ ਕੋਏ। ਜੈਸੀ ਨਦਰ ਕਰ ਦੇਖੈ ਸੱਚਾ, ਤੈਸਾ ਹੀ ਕੋ ਹੋਏ। ਨਾਨਕ ਨਾਮ ਵਡਾਈਆ, ਕਰਮ ਪ੍ਰਾਪਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।